हर घर ਵਿੱਚ ਇੱਕ ਪ੍ਰੋਬਲਮ ਹੈ ਮਤਲਬ ਮਿਲੇਗੀ ਕਿਸੇ ਨੂੰ ਕੋਈ ਦਰਦ ਐਂਡ ਬੈਕ ਪੇਨ ਸਭ ਤੋਂ ਜ਼ਿਆਦਾ ਕਾਮਨ ਹੈ ਕਮਰ ਦਾ ਦਰਦ ਕਿੰਨੀ ਦੇਰ ਪੇਨ ਮਹਿਸੂਸ ਹੋਵੇ ਤੇ ਫਿਰ ਤੁਹਾਨੂੰ ਇਲਾਜ ਦੀ ਜ਼ਰੂਰਤ ਪੇਨ ਇਜ਼ ਅ ਸਿੰਪਟਮ ਪੇਨ ਡਿਸੀਜ਼ ਨਹੀਂ ਹੈ ਇਹ ਡਿਸਕ ਖਿਸਕਣਾ ਨਾਰਮਲ ਏਜਿੰਗ ਦਾ ਵੀ ਰੂਟੀਨ ਹੈ ਜਾਂ ਜਦੋਂ ਰੂਟੀਨ ਵੀ ਫੈਮਿਲੀ ਗੈਟ ਟੂਗੇਦਰ ਹੋ ਰਹੇ ਨੇ एवरीवन ਇਜ਼ ਸਟੂਪਿੰਗ ਸਾਰੇ ਝੁਕ ਕੇ ਬੈਠ ਰਹੇ ਨੇ ਹੈ ਨਾ ਕੋਈ ਵੀ ਅੱਛਾ ਚੇਅਰ ਤੇ ਨਹੀਂ ਆਣਾ ਚਾਹੁੰਦਾ ਤੇ ਅਗਰ ਤੁਸੀਂ ਜਿੰਨਾ ਜ਼ਿਆਦਾ ਬੈਕ ਪੋਸਚਰ ਵਿੱਚ ਜਾਓਗੇ ਉਨਾ ਜ਼ਿਆਦਾ ਮਸਲਸ ਵੀਕ ਹੋਏਗੀ ਕਿ ਕਿਸ ਪੋਜੀਸ਼ਨ ਦੇ ਵਿੱਚ ਬੰਦਾ ਬੈਠੇ ਕਿ ਬੈਕ ਪੇਨ ਅਵੋਇਡ ਕੀਤਾ ਜਾ ਸਕੇ ਤੇ ਸਭ ਤੋਂ ਪਹਿਲਾਂ ਤੇ ਹਮੇਸ਼ਾ ਸਿਟਿੰਗ ਚੇਅਰ ਤੇ ਕਰਨੀ ਹੈ ਇੱਕ ਗੱਲ ਦਾ ਵਿਸ਼ੇਸ਼ ਖਿਆਲ ਰੱਖਣਾ ਹੈ ਬੈੱਡ ਤੇ ਬਹਿਣਾ ਹੀ ਨਹੀਂ ਹੈ ਇਹ ਤੁਹਾਡੀ ਕੁਸ਼ਨ ਚੇਅਰ ਤਾਂ ਵੀ ਤੁਸੀਂ ਆਪਣਾ ਪਿੱਲੋ ਬੈਕ ਤੇ ਜ਼ਰੂਰ ਯੂਜ਼ ਕਰਨਾ ਹੈ ਕਿ ਪਿੰਡਾਂ ਵਿੱਚ ਹੁਣ ਅੱਜਕੱਲ ਉਸ ਤਰ੍ਹਾਂ ਦੀ ਵੀ ਮਿਹਨਤ ਨਹੀਂ ਰਹੀ ਜਿੱਦਾਂ ਪਹਿਲਾਂ ਹੁੰਦੀ ਸੀਗੀ ਫਿਜ਼ੀਕਲ ਵਰਕ ਹੈ ਨਾ ਤੇ ਪਹਿਲਾਂ ਵੀ ਕਿਉਂਕਿ ਫਿਜ਼ੀਕਲ ਵਰਕ ਜ਼ਿਆਦਾ ਹੁੰਦਾ ਸੀਗਾ ਇਸ ਕਰਕੇ ਉਹਨਾਂ ਦੀ ਸਪਾਈਨ ਜਿਹੜੀ ਮਸਲਸ ਸੀਗੀ ਸੋਲਿਡ ਸੀਗੀ ਕਿ ਬੱਚਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ ਆਈ ਐਮ ਸੀਇੰਗ ਪੇਸ਼ੈਂਟ ਐਜ਼ अर्ਲੀ 10 ਸਾਲ 12 ਸਾਲ 15 ਸਾਲ ਦੇ ਬੱਚੇ ਵੀ ਬੈਕ ਪੇਨ ਲੈ ਕੇ ਆ ਰਹੇ ਨੇ ਜਿੱਦਾਂ ਬੈੱਡ ਸ਼ੀਟ ਚੇਂਜ ਕਰਨਾ ਜਿੱਦਾਂ ਕਿਚਨ ਵਿੱਚ ਛੋਟੇ ਕੰਮ ਹੁੰਦੇ ਨੇ ਘਰ ਦੀ ਸਫਾਈ ਹੋ ਗਈ ਉਹ ਜ਼ਿਆਦਾ ਜ਼ਰੂਰੀ ਹੈ ਪਹਿਲਾ ਜ਼ਰੂਰੀ ਹੈ ਅਗਰ ਤੁਸੀਂ ਉਹ ਸਾਰਾ ਕੁਝ ਠੀਕ ਨਾਲ ਕਰ ਸਕਦੇ ਹੋ ਉਹਦੇ ਬਾਅਦ ਡਿਸੀਜਨ ਲਓ ਕਿ ਹਾਂ ਮੈਂ ਹੁਣ ਜਿਮ ਕਰਨਾ ਹੈ ਮੈਂ ਐਰੋਬਿਕਸ ਕਰਨਾ ਹੈ ਅੱਜਕੱਲ ਗੂਗਲ ਮਾਤਾ ਦੀ ਵੀ ਜੈ ਉਹ ਵੀ ਬਹੁਤ ਸਾਰੇ ਆਪਸ਼ਨਸ ਹੈ ਗੂਗਲ ਮਾਤਾ ਤੇ ਕਈ ਵਾਰੀ ਅਸੀਂ ਵੇਖਦੇ ਹਾਂ ਪੇਸ਼ੈਂਟਸ ਉੱਥੋਂ ਦੀ ਕਈ ਨਿਊ ਐਕਸਰਸਾਈਜ਼ ਟ੍ਰੇਨ ਕਰਕੇ ਆਪਣੀ ਬੈਕ ਨੂੰ ਇੰਜਰ ਕਰ ਲੈਂਦੇ ਨੇ ਡਿਲੀਵਰੀ ਤੋਂ ਬਾਅਦ ਜਦੋਂ ਉਸ ਟਾਈਮ ਵੀ ਬੈਕ ਪੇਨ ਨਾਲ ਉਹ ਬਹੁਤ ਜੂਝਦੇ ਨੇ ਇੱਕ ਇਹ ਬਹੁਤ ਬੜਾ ਮਿਥ ਹੈ ਮਾਰਕੀਟ ਵਿੱਚ ਜਿੱਦਾਂ ਕਹਿੰਦੇ ਕਿ ਜੇ ਸਿਜ਼ੇਰੀਅਨ ਹੋ ਗਿਆ ਆਪਰੇਸ਼ਨ ਨਾਲ ਬੱਚਾ ਹੋਇਆ ਤੇ ਬੈਕ ਪੇਨ ਆਏਗਾ ਹੀ ਆਏਗਾ ਇਹ ਪੁਰਾਣੀ ਗੱਲ ਹੈ ਡਿਲੀਵਰੀ ਦੇ ਬਾਅਦ ਨਾਰਮਲੀ ਦਾ ਮੋਸਟ ਕਾਮਨ ਰੀਜ਼ਨ ਇਜ਼ ਫੀਡਿੰਗ ਪੋਸਚਰ ਨਾ ਫੀਡਿੰਗ ਵਿੱਚ ਅਕਸਰ ਮਦਰ ਐਦਾਂ ਹੁੰਦੀਆਂ ਨੇ ਉਹ ਬੱਚੇ ਨੂੰ ਪੂਰਾ ਕੰਫਰਟ ਦਿੰਦੀਆਂ ਨੇ ਆਪਣਾ ਕੰਫਰਟ ਭੁੱਲ ਜਾਂਦੀਆਂ ਨੇ ਕਹਿੰਦੇ ਨੇ ਜਾਨ ਹੈ ਤਾਂ ਜਹਾਨ ਹੈ ਪਰ ਇਹ ਜਹਾਨ ਉਦੋਂ ਹੋਰ ਵੀ ਖੂਬਸੂਰਤ ਲੱਗਦਾ ਹੈ ਜਦੋਂ ਤੁਹਾਡੀ ਸਿਹਤ ਚੰਗੀ ਹੁੰਦੀ ਹੈ ਤੇ ਤੁਹਾਡੀ ਸਿਹਤ ਚੰਗੀ ਕਿਵੇਂ ਰਹੇ ਇਸ ਦਾ ਖਿਆਲ ABP ਸਾਂਝਾ ਨੂੰ ਵੀ ਹੈ ਤੇ ਇਸੇ ਲਈ ABP ਸਾਂਝਾ ਤੁਹਾਡੇ ਨਾਲ ਸਿਹਤ ਦੀ ਸਾਂਝ ਪਾਵੇਗਾ ਤੁਹਾਨੂੰ ਮਾਹਰ ਡਾਕਟਰਾਂ ਦੇ ਨਾਲ ਮਿਲਵਾਏਗਾ ਜੋ ਤੁਹਾਨੂੰ ਦੱਸਣਗੇ ਕਿ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਅਜਿਹਾ ਕੀ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡੀ ਸਿਹਤ ਚੰਗੀ ਰਹੇ ਤੇ ਅੱਜ ਸਾਡੇ ਨਾਲ ਨੇ ਡਾਕਟਰ ਹਰਸ਼ਨੀਤ ਕੌਰ ਜੋ ਸਾਨੂੰ ਅਜਿਹੀਆਂ ਕਈ ਗੱਲਾਂ ਤੋਂ ਜਾਣੂ ਕਰਵਾਉਣਗੇ ਖਾਸ ਕਰਕੇ ਇੱਕ ਸਵਾਲ ਜੋ ਅਕਸਰ ਸਾਡੇ ਮਨ 'ਚ ਹਰ ਦਿਨ ਹੀ ਆਉਂਦਾ ਹੈ ਜੇਕਰ ਤੁਹਾਡੀ ਉਮਰ 30 ਸਾਲ ਤੋਂ ਵੱਧ ਹੈ ਵੈਸੇ ਇਸ ਤੋਂ ਪਹਿਲਾਂ ਵੀ ਇਸ ਦੇ ਨਾਲ ਤੁਹਾਡਾ ਤਾਰੁਫ ਕਦੇ ਹੋਇਆ ਹੋਵੇਗਾ ਕਦੇ ਤੁਹਾਡੀ ਬੈਕ ਦੇ ਵਿੱਚ ਦਰਦ ਹੋਇਆ ਹੋਵੇਗਾ ਕਦੇ ਮੋਢੇ 'ਚ ਕਦੇ ਗੋਡੇ 'ਚ ਹਰ ਉਮਰ ਦੇ ਲੋਕਾਂ ਨੂੰ ਵੱਖਰੇ ਦਰਦ ਸਹਿਣੇ ਪੈਂਦੇ ਨੇ ਤੇ ਅੱਜ ਜਿਹੜਾ ਅਹਿਮ ਅਸੀਂ ਗੱਲ ਕਰਨੀ ਹੈ ਉਹ ਹੈ ਬੈਕ ਪੇਨ ਤੁਹਾਡਾ ਬਹੁਤ ਸਵਾਗਤ ਹੈ ABP ਸਾਂਝਾ ਨੂੰ ਟਾਈਮ ਦੇਣ ਦੇ ਲਈ ਤੇ ਸਭ ਤੋਂ ਪਹਿਲਾਂ ਜਦੋਂ ਕਈ ਵਾਰੀ ਸਵੇਰੇ ਉੱਠੀਦਾ ਹੈ ਕਈ ਦਿਨ ਤੇ ਬੜੇ ਚੰਗੇ ਹੁੰਦੇ ਨੇ ਪਰ ਕਦੇ ਬੈਕ ਦੇ ਵਿੱਚ ਦਰਦ ਹੁੰਦਾ ਹੈ ਤੇ ਫਿਰ ਮਨ ਬੜਾ ਸੋਚਦਾ ਹੈ ਵੀ ਆਖਿਰ ਅੱਜ ਹੀ ਕਿਉਂ ਦਰਦ ਹੋਣ ਲੱਗ ਗਿਆ ਬੈਕ ਦੇ ਵਿੱਚ ਥੈਂਕ ਯੂ ਸੋ ਮਚ ਚਰਨਜੀਤ ਫॉर ਕਮਿੰਗ ਹੇਅਰ ਐਂਡ ਆਈ ਥਿੰਕ ਸੋ ਇਹ ਪ੍ਰੋਬਲਮ ਹਰ ਘਰ ਵਿੱਚ ਜਿੱਦਾਂ ਅਸੀਂ ਕਹਿੰਦੇ ਹਾਂ ਕੋਵਿਡ ਹਰ ਘਰ ਵਿੱਚ ਹੋਇਆ ਹੈ ਨਾ ਇੱਕ ਵੀ ਘਰ ਐਦਾਂ ਨਹੀਂ ਹੋਏਗਾ ਜਾਂ ਆਪਣੇ ਘਰ ਨਹੀਂ ਹੋਇਆ ਤੇ ਸਾਡੇ ਕੋਈ ਨੋਨ ਰਿਸ਼ਤੇਦਾਰ ਫਰੈਂਡਸ ਨੀਅਰ ਡੀਅਰ ਵਨਸ ਸਾਰਿਆਂ ਨੂੰ ਕੋਵਿਡ ਹੋਇਆ ਐਂਡ ਇਟਸ ਵਰਲਡ ਵਾਈਡ ਪ੍ਰੋਬਲਮ ਸਿਮਿਲਰਲੀ ਜਿਹੜਾ ਬੈਕ ਪੇਨ ਦਾ ਇਟਸ ਲਾਈਕ ਅ ਪੈਂਡੇਮਿਕ ਹੈ ਪੂਰੇ ਵਰਲਡ ਵਾਈਡ ਹਰ ਘਰ ਵਿੱਚ ਇੱਕ ਪ੍ਰੋਬਲਮ ਹੈ ਮਤਲਬ ਮਿਲੇਗੀ ਕਿਸੇ ਨੂੰ ਕੋਈ ਦਰਦ ਐਂਡ ਬੈਕ ਪੇਨ ਸਭ ਤੋਂ ਜ਼ਿਆਦਾ ਕਾਮਨ ਹੈ ਕਮਰ ਦਾ ਦਰਦ ਸਭ ਤੋਂ ਜ਼ਿਆਦਾ ਤੇ ਅਕਸਰ ਪੇਸ਼ੈਂਟ ਜਦੋਂ OPD ਵਿੱਚ ਆਉਂਦੇ ਨੇ ਉਹ ਕਹਿੰਦੇ ਨੇ ਕਿ ਮੈਂ ਆਪਣੀ ਤਰਫੋਂ ਵਧੀਆ ਐਕਸਰਸਾਈਜ਼ ਕਰ ਰਿਹਾ ਸੀਗਾ ਮੈਂ ਆਪਣੀ ਤਰਫੋਂ ਵਧੀਆ ਖਾਣ ਪੀਣ ਦਾ ਖਿਆਲ ਰੱਖ ਰਿਹਾ ਸੀਗਾ ਆਪਣੀ ਐਗਜ਼ਰਸ਼ਨ ਤੇ ਖਿਆਲ ਰੱਖ ਰਿਹਾ ਸੀਗਾ ਜਾਂ ਪੋਸਚਰ ਦਾ ਖਿਆਲ ਹੁਣ ਇਹ ਕਿੱਦਾਂ ਆ ਗਿਆ ਤੇ ਅਸੀਂ ਨਾਰਮਲੀ ਸਭ ਤੋਂ ਪਹਿਲਾਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਬੈਕ ਪੇਨ ਬਹੁਤ ਬੜੀ ਕੋਈ ਤੋਪ ਚੀਜ਼ ਨਹੀਂ ਹੈ ਕੋਈ ਬਹੁਤ ਵੱਡੀ ਗੱਲ ਨਹੀਂ ਹੋਗੀ ਉਸ ਨੂੰ ਕੇਟਰ ਕਰਿਆ ਜਾ ਸਕਦਾ ਹੈ ਬਟ ਕਿਉਂਕਿ ਪੇਸ਼ੈਂਟ ਉਸ ਪ੍ਰੋਬਲਮ ਵਿੱਚ ਕਈ ਸਾਲਾਂ ਤੋਂ ਲੜ ਰਿਹਾ ਹੁੰਦਾ ਹੈ ਮਲਟੀਪਲ ਓਪੀਨੀਅਨਸ ਲੈ ਚੁੱਕਿਆ ਹੁੰਦਾ ਹੈ ਤੇ ਕਈ ਨਾ ਕਈ ਗਿਵ ਅਪ ਮੋਡ ਵਿੱਚ ਹੁੰਦਾ ਹੈ ਕਿ ਨਹੀਂ ਹੁਣ ਮੇਰਾ ਕੁਝ ਨਹੀਂ ਬਣ ਸਕਦਾ ਸ਼ਾਇਦ ਮੈਨੂੰ ਇਹਦੇ ਨਾਲ ਰਹਿਣਾ ਹੀ ਪਏਗਾ ਕਿ ਜਿਵੇਂ ਮੰਨ ਲਓ ਅੱਜ ਮੈਨੂੰ ਬੈਕ ਪੇਨ ਹੋਇਆ ਮੈਂ ਸੋਚਦੀ ਹਾਂ ਕਿ ਕਦੇ ਹੁੰਦਾ ਹੈ ਠੀਕ ਹੋ ਜਾਂਦਾ ਹੈ ਇਹ ਸਮੱਸਿਆ ਨਹੀਂ ਹੈ ਕੀ ਇਹ ਸਮੱਸਿਆ ਹੈ ਬਿਲਕੁਲ ਸਮੱਸਿਆ ਹੈ ਦੇਖੋ ਮੈਂ ਇਸ ਨੂੰ ਰਿਲੇਟ ਕਰਾਂਗੀ ਜਿੱਦਾਂ ਫੀਵਰ ਨਾਲ ਬੁਖਾਰ ਦੇ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਬੁਖਾਰ ਹੋਇਆ ਤਾਂ ਸਾਨੂੰ ਥਰਮੋਮੀਟਰ ਦੇ ਨਾਲ ਚੈੱਕ ਕਰਨਾ ਹੈ ਕਿ ਬੁਖਾਰ ਕਿੰਨਾ ਬੁਖਾਰ ਹੈ ਅਗਰ 99 ਦਾ ਬੁਖਾਰ ਹੈ 100 ਦਾ ਹੈ 1 ਦਾ ਹੈ 2 ਦਾ ਹੈ ਅਸੀਂ ਉਹਦੇ ਹਿਸਾਬ ਨਾਲ ਡਿਸੀਜਨ ਲੈਣੇ ਕਿ ਅਸੀਂ ਡਾਕਟਰ ਦੇ ਕੋਲ ਜਾਣਾ ਹੁਣ WHO ਨੇ ਮੈਂਡੇਟਰੀ ਕੀਤਾ ਹੈ VAS ਸਕੋਰ ਵਿਜ਼ੂਅਲ ਐਨਾਲੌਗ ਸਕੋਰ ਸੋ ਦੈਟ ਇਜ਼ ਵਿਜ਼ੂਅਲ ਐਨਾਲੌਗ ਸਕੇਲ ਇਜ਼ ਬੇਸਿਕਲੀ ਉਸ ਨੂੰ ਲੇਹ ਭਾਸ਼ਾ ਵਿੱਚ ਮੈਂ ਪੇਨ ਥਰਮੋਮੀਟਰ ਕਹਿੰਦੀ ਹਾਂ ਆਪਣੇ ਆਡੀਅנס ਨੂੰ ਸਮਝਾਉਣ ਵਾਸਤੇ ਬੇਸਿਕਲੀ ਮੈਡੀਕਲ ਟਰਮ ਉਹਦੇ ਵਾਸਤੇ VAS ਸਕੋਰ ਹੁੰਦਾ ਹੈ ਵਾਟ ਇਜ਼ ਦੈਟ ਅਸੀਂ ਕਹਿੰਦੇ ਹਾਂ 0 ਇਜ਼ ਨੋ ਪੇਨ and 10 is unbearable 10 ਬਿਲਕੁਲ ਦਰਦ ਬਰਦਾਸ਼ਤ ਤੋਂ ਬਾਹਰ ਹੈ ਤਾਂ 0 ਤੇ 10 ਵਿੱਚ ਅਗਰ ਤੁਹਾਨੂੰ 1 ਜਾਂ 2 ਦਾ ਪੇਨ ਕਦੀ ਇੱਕ ਆधी ਵਾਰੀ 2-3 ਮਹੀਨੇ ਵਿੱਚ ਹੋ ਗਿਆ ਕੋਈ ਡਰ ਨਹੀਂ ਅਸੀਂ ਵੀ ਕਈ ਵਾਰੀ ਕੋਈ ਬੈਡ ਪੋਸਚਰ ਯੂਜ਼ ਕਰ ਲਈ ਐਗਜ਼ਰਸ਼ਨ ਜ਼ਿਆਦਾ ਹੋ ਗਿਆ ਤੇ ਥੋੜੀ ਜਿਹੀ ਮਸਲ ਵੀਕ ਹੋਈ ਤੇ ਉਹ ਟ੍ਰਿਗਰ ਕਰੇਗਾ ਪੇਨ ਬਟ ਅਗਰ ਉਹੀ ਤੁਹਾਡਾ ਪੇਨ 1-2 ਦਾ ਆਊਟ ਆਫ 10 ਦੇ ਸਕੋਰ ਵਿੱਚ ਅਗਰ ਰੋਜ਼ ਰਹਿ ਰਿਹਾ ਔਰ ਖਾਸ ਕਰ ਸਵੇਰੇ ਉੱਠਣ ਦੇ ਨਾਲ ਕਿਉਂਕਿ ਅਸੀਂ ਕਹਿੰਦੇ ਆ ਵੀ ਰੈਸਟ ਕਰਨ ਦੇ ਨਾਲ ਸਪਾਈਨ ਨੂੰ ਆਰਾਮ ਮਿਲਣਾ ਚਾਹੀਦਾ ਹੈ ਸਪਾਈਨ ਨੂੰ ਆਰਾਮ ਵੀ ਤਾਂ ਹੀ ਮਿਲਦਾ ਜਦੋਂ ਤੁਸੀਂ ਰੈਸਟ ਕਰਦੇ ਹੋ ਲੇਟਦੇ ਹੋ ਬੈਠੇ ਵੇਲੇ ਖੜੇ ਵੇਲੇ ਹਰ ਵੇਲੇ ਸਪਾਈਨ ਕੰਮ ਕਰ ਰਿਹਾ ਹੈ ਪਰ ਲੇਟੇ ਵੀ ਅਗਰ ਉਸ ਨੂੰ ਪੇਨ ਰਹਿ ਰਿਹਾ ਹੈ that is something an indicator a silent signal
ਜਦੋਂ ਅਸੀਂ ਡਾਕਟਰ ਨੂੰ ਰਿਪੋਰਟ ਕਰਨਾ ਹੈ। ਅਗਰ ਉਹੀ ਪੇਨ ਤੁਹਾਡਾ 2-3 ਦਾ ਜਾਂ 3-4 ਨੂੰ ਕ੍ਰਾਸ ਕਰ ਰਿਹਾ ਹੈ ਦੈਨ ਇਟਸ ਐਨ ਐਮਰਜੈਂਸੀ। ਅਕਸਰ ਪ੍ਰੋਬਲਮ ਇਹ ਆਉਂਦੀ ਪੇਸ਼ੈਂਟ ਬੈਕ ਪੇਨ ਦੇ ਹੋ ਜਾਂ ਹੋਰ ਵੀ ਕੋਈ ਜੁਆਇੰਟ ਮਸਕੂਲਰ ਪੇਨਸ ਦੇ ਹੁੰਦੇ ਨੇ, ਉਹ ਕਹਿੰਦੇ ਸਾਡਾ ਕੰਮ ਸਰ ਰਿਹਾ ਸੀਗਾ। ਕੋਈ ਕਹਿੰਦਾ ਮੈਂ ਕੁਝ ਐਕਸਰਸਾਈਜ਼ ਦਾ ਰੂਟੀਨ ਚੇਂਜ ਕੀਤਾ, ਮੈਂ ਆਪਣੀ ਚੇਅਰ ਚੇਂਜ ਕੀਤੀ, ਮੈਂ ਆਪਣੀ ਮੈਟਰਸ ਚੇਂਜ ਕੀਤੀ, ਮੈਂ ਆਪਣਾ ਬੈਡ ਚੇਂਜ ਕੀਤਾ, ਜਾਂ ਫਿਰ ਮੈਂ ਆਪਣੇ वर्किंग आवर्स घटा ले, या फिर मैं अपनी मालिश करा लेनी हाँ, या फिर पेन किलर्स ले ले, या फिर कई सारी पेशेंट्स पेट फूल गया, एसिडिटी हो गई करके भी पेन आ रहा है तो उसनों भी एंटासिड लेके दे केटर दैट पेन। बट दैट इज समथिंग ਜਦੋਂ पेन ਇੰਨਾ ਵੱਧ ਚੁੱਕਿਆ ਹੁੰਦਾ ਕਿਉਂਕਿ ਉਸ ਰੀਜ਼ਨ ਤੇ ਨਹੀਂ ਗਏ, ਉਸ ਦੀ ਇਨੀਸ਼ੀਅਲ ਕੇਅਰ ਨਹੀਂ ਕੀਤੀ, ਉਹ ਕ੍ਰੋਨਿਕ ਪ੍ਰੋਬਲਮ ਬਣ ਗਈ। ਹੁਣ ਹੌਲੀ ਹੌਲੀ ਉਹ ਸਟਿਫਨੈਸ ਵਿੱਚ ਕਨਵਰਟ ਹੋ ਰਿਹਾ ਹੈ ਕਿ ਸਵੇਰੇ ਉੱਠਦੇ ਸਾਰ ਸਟਿਫਨੈਸ ਰਹਿ ਰਹੀ ਹੈ। ਹੁਣ ਜਦੋਂ ਤੁਸੀਂ ਸਪਾਈਨ ਨੂੰ ਯੂਜ਼ ਵੀ ਨਹੀਂ ਕੀਤਾ, ਤੁਸੀਂ ਸਵੇਰੇ ਉੱਠੇ ਹੋ ਤਾਂ ਵੀ ਉਹਦੇ ਵਿੱਚ ਅਕੜਾਵ ਰਹਿ ਰਿਹਾ ਹੈ, ਤਾਂ ਵੀ ਉਹਦੇ ਵਿੱਚ ਇੱਕ ਵੀਕਨੈਸ ਦੀ ਫੀਲਿੰਗ ਆ ਰਹੀ ਹੈ। ਤੇ ਇਸ ਦੀ ਕੀ ਵਜ੍ਹਾ ਹੋ ਸਕਦੀ ਹੈ ਕਿ ਸਵੇਰੇ ਉੱਠਦੇ ਹੀ ਤੁਹਾਨੂੰ ਬੈਕ ਪੇਨ ਮਹਿਸੂਸ ਹੋਵੇ? ਸਭ ਤੋਂ ਪਹਿਲਾਂ ਪੇਨਸ ਨੂੰ ਅਸੀਂ ਨਾਰਮਲ ਅਗਰ ਜਨਰਲੀ ਮੈਂ ਬੋਲਾਂ ਬੈਕ ਪੇਨ ਨੂੰ ਖਾਸ ਕਰ ਅਸੀਂ 2-3 ਕੈਟਾਗਰੀ ਵਿੱਚ ਡਿਵਾਈਡ ਕਰਨੇ ਆ। ਅਗਰ ਤੁਹਾਨੂੰ ਪੇਨ ਐਗਜ਼ਰਸ਼ਨ ਦੇ ਨਾਲ ਆ ਰਿਹਾ ਹੈ ਜਾਂ ਸ਼ਾਮੀ ਹੁੰਦੇ ਪੇਨ ਵੱਧਦਾ ਹੈ, that is we call it as mechanical pain ਕਿ ਉਹ ਤੁਹਾਡਾ ਬਈ ਯੂਜ਼ ਦੇ ਨਾਲ ਖਰਾਬ ਹੋਇਆ ਜਾਂ ਯੂਜ਼ ਦੇ ਨਾਲ ਪੇਨ ਆਇਆ। ਦੂਜਾ ਹੁੰਦਾ ਹੈ ਕਿ ਅਸੀਂ ਕਹਿੰਦੇ ਕੋਈ ਤੁਹਾਡੀ ਇਨਫਲੇਮੇਟਰੀ ਡਿਸੀਜ਼ ਪੁਰਾਣੀ ਕੋਈ ਚੱਲ ਰਹੀ ਹੈ, ਜਿੱਦਾਂ ਕੋਈ ਤੁਹਾਨੂੰ ਇੱਕ ਨੋਨ ਕਾਜ਼ ਹੋ, ਜਿੱਥੇ ਅਸੀਂ ਕਹਿੰਦੇ ਸਲਿਪ ਡਿਸਕ ਹੋ ਗਿਆ ਜਾਂ ਹੱਡੀ ਘਿਸ ਰਹੀ ਹੈ, ਨਸਾਂ ਦਬ ਗਈਆਂ ਨੇ ਸਪਾਈਨ ਵਿੱਚ, ਜਾਂ ਗੈਪ ਕਮ ਹੋ ਰਿਹਾ ਹੈ ਵਰਟੀਬਰਾ ਮਣਕਿਆਂ ਦੇ ਵਿੱਚ, ਤੁਹਾਡਾ ਗੈਪ ਕਮ ਹੋ ਰਿਹਾ ਹੈ, ਏਜਿੰਗ ਪ੍ਰੋਸੈਸ ਹੋ ਰਹੀ ਹੈ, ਜਾਂ ਹੋਰ ਵੀ ਬਹੁਤ ਸਾਰੇ ਡਿਸੀਜ਼ਸ ਹੁੰਦੀਆਂ ਨੇ ਸਪਾਈਨ ਦੇ, ਜਿੱਦਾਂ ਕੋਈ ਤੁਹਾਡਾ ਪੁਰਾਣਾ ਕੋਈ ਫ੍ਰੈਕਚਰ ਕਦੀ ਹੋ ਗਿਆ ਜੋ ਉਸ ਟਾਈਮ ਤੇ ਹੀਲ ਹੋ ਗਿਆ, ਜਾਂ osteoporosis is very common, ਜਿਹੜਾ ਹੱਡੀ ਦਾ ਵੀਕਨੈਸ ਹੋਣਾ, ਬੋਨ ਦਾ ਘਿਸਣਾ, ਬੋਨ ਖੋਖਲੀ ਹੋਣਾ, ਉਹ ਵੀ ਬਹੁਤ ਕਾਮਨ ਰੀਜ਼ਨ ਹੈ ਬੈਕ ਪੇਨ ਦਾ। ਜਾਂ ਫਿਰ ਕਈ ਵਾਰੀ osteoporosis ਇੰਨੀ ਸੀਵੀਅਰ ਹੋ ਜਾਂਦੀ ਕਿ ਹੱਡੀ ਛੋਟੇ ਫੋਰਸ ਨਾਲ ਫ੍ਰੈਕਚਰ ਹੋ ਗਿਆ, ਕੰਪਰੈਸ਼ਨ ਫ੍ਰੈਕਚਰ ਜੋ ਅਸੀਂ ਕਹਿੰਦੇ ਹਾਂ ਸਪਾਈਨ ਦੇ, ਇਹ ਤਾਂ ਹੋ ਗਈ ਕੋਈ ਨੋਨ ਕਾਜ਼ ਹੈ ਅਗਰ ਤੁਹਾਡਾ, ਹੈ ਨਾ। ਔਰ ਇੱਕ ਹੁੰਦਾ ਹੈ ਕਿ ਵੀ ਮੈਂ ਸਾਰਾ ਕੁਝ ਠੀਕ ਰਹਿੰਦੀ ਹਾਂ ਸਾਰਾ ਦਿਨ ਮੂਵਮੈਂਟ ਦੇ ਨਾਲ, ਬਟ ਸਵੇਰੇ ਉੱਠਦੀਆਂ ਤੇ ਜ਼ਿਆਦਾ ਪੇਨ ਹੁੰਦਾ, ਦੈਟ ਇਜ਼ ਦ ਮੋਸਟ ਡਿਫਿਕਲਟ ਸਟੇਜ, ਦੈਟ ਇਜ਼ ਦ ਮੋਸਟ ਸਿਵੀਅਰਿਟੀ ਆਫ ਦ ਪ੍ਰੋਬਲਮ ਵੀ ਸੇ, ਕਿਉਂਕਿ ਰੈਸਟ ਦੇ ਬਾਅਦ ਤੇ ਸਪਾਈਨ ਨੇ ਬੈਟਰ ਬਿਹੇਵ ਕਰਨਾ ਚਾਹੀਦਾ ਹੈ। ਲੇਕਿਨ ਉੱਠਦੇ ਸਾਰ ਸਵੇਰੇ ਤੁਹਾਨੂੰ ਲੱਗਦਾ ਕਿ ਮੇਰੀ ਸਪਾਈਨ ਟੁੱਟੀ ਲੱਗਦੀ ਹੈ, ਮੈਨੂੰ ਲੱਗਦਾ ਮੇਰੀ ਸਪਾਈਨ ਵੀਕ ਹੈ, ਲੋਅਰ ਕਮਰ ਦਾ ਹਿੱਸਾ ਬਹੁਤ ਹੀ ਕਮਜ਼ੋਰ ਜਿਹਾ ਲੱਗਦਾ ਹੈ, ਉੱਠਣ ਵਿੱਚ ਟਾਈਮ ਲੱਗਦਾ ਹੈ, ਉੱਠਦੇ ਹਾਂ ਤਾਂ ਮੈਂ ਸਿੱਧਾ ਨਹੀਂ ਉੱਠ ਸਕਦੀ, ਮੈਂ ਇੱਦਾਂ ਦੇ ਜਿੱਦਾਂ ਪੇਸ਼ੈਂਟਸ ਸ਼ੋ ਕਰਦੇ ਨੇ ਕਿ ਕਰਕੇ ਮੈਂ ਬਿਲਕੁਲ ਸਪੋਰਟ ਲੈ ਕੇ ਅੱਗੇ ਹੋ ਕੇ ਉੱਠਣੀ ਹਾਂ, ਸਿੱਧਾ ਉੱਠਣਾ ਔਖਾ ਹੋ ਰਿਹਾ। So that are something indicating ਕਿ problem is worse। ਕਿੰਨੀ ਦੇਰ ਪੇਨ ਮਹਿਸੂਸ ਹੋਵੇ ਤੇ ਫਿਰ ਤੁਹਾਨੂੰ ਇਲਾਜ ਦੀ ਜ਼ਰੂਰਤ? ਬਟ ਕਈ ਵਾਰੀ ਅਸੀਂ ਇਹ ਵੀ ਵੇਖਦੇ ਹਾਂ ਕਿ ਨਾਰਮਲ ਕਾਮਨ ਪ੍ਰੈਕਟਿਸ ਕੀ ਹੁੰਦੀ ਹੈ, ਜ਼ਿਆਦਾਤਰ ਪੇਸ਼ੈਂਟਸ ਪੇਨ ਕਿਲਰਸ ਲੈਂਦੇ ਹੁੰਦੇ ਨੇ, ਐਂਟੀ ਇਨਫਲੇਮੇਟਰੀ ਲੈਂਦੇ ਹੁੰਦੇ ਨੇ ਜਦੋਂ ਦੀ ਸੂਜਨ ਇਨਫਲੇਮੇਸ਼ਨ ਘੱਟ ਹੋ ਜਾਏ। ਕੈਲਸ਼ੀਅਮ ਵਿਟਾਮਿਨ ਡੀ ਬਹੁਤ ਕਾਮਨ ਐਡਵਾਈਸ ਹੈ ਕਿ ਕੈਲਸ਼ੀਅਮ ਵਿਟਾਮਿਨ ਡੀ ਦੇ ਨਾਲ ਹੱਡੀ ਮਜ਼ਬੂਤ ਹੋਏਗੀ। ਤੀਜੀ ਕਾਮਨ ਐਕਸਰਸਾਈਜ਼ ਜੋ ਕਾਮਨ ਐਡਵਾਈਸ ਆਉਂਦੀ ਕਿ ਐਕਸਰਸਾਈਜ਼ ਕਰਨਾ ਸ਼ੁਰੂ ਕਰੋ ਤਾਂ ਕਿ ਮਾਸਪੇਸ਼ੀਆਂ ਵਿੱਚ ਜਾਨ ਆਏ। ਚੌਥੀ ਐਡਵਾਈਸ ਨਾਰਮਲੀ ਪੇਸ਼ੈਂਟ ਨੂੰ ਮਿਲਦੀ ਹੈ ਅਗਰ ਓਵਰਵੇਟ ਪੇਸ਼ੈਂਟ ਹੈ ਕਿ ਵਜ਼ਨ ਘਟਾਉਣਗੇ ਤੇ ਉਹਨਾਂ ਦਾ ਬੈਕ ਪੇਨ ਵਧੀਆ ਹੋ ਜਾਏਗਾ। ਐਂਡ ਦ ਵੈਰੀ ਕਾਮਨ ਅਨਦਰ ਥਿੰਗ, ਅਤੇ ਇਹ ਸਾਰੇ ਨੁਸਖੇ ਕਰਕੇ ਵੀ ਅਗਰ ਪੇਸ਼ੈਂਟ ਦਾ ਨਹੀਂ ਜਾ ਰਿਹਾ ਤਾਂ ਉਸਨੂੰ ਅਕਸਰ ਐਡਵਾਈਸ ਮਿਲਦੀ ਹੈ ਕਿ ਸਟ੍ਰੈਸ ਨਾ ਲਓ, ਸਟ੍ਰੈਸ ਦੇ ਨਾਲ ਵੀ ਪੇਨ ਆ ਰਿਹਾ। ਬਟ ਅਗੇਨ ਹੁਣ ਚਾਰੋਂ ਪਾਂਚੋਂ ਚੀਜ਼ ਕਰਨ ਦੇ ਬਾਅਦ ਵੀ ਪੇਨ ਨਹੀਂ ਜਾ ਰਿਹਾ, ਉਹ ਤੇ ਇੱਕ ਕੈਟੇਗਰੀ ਦਾ ਪੇਸ਼ੈਂਟ ਹੋ ਗਿਆ। ਬਟ ਸਭ ਤੋਂ ਪਹਿਲਾਂ ਸਾਨੂੰ ਸਮਝਣੇ ਦੀ ਜ਼ਰੂਰਤ ਹੈ ਕਿ ਪੇਨ ਇਜ਼ ਅ ਸਿੰਪਟਮ, ਪੇਨ ਡਿਸੀਜ਼ ਨਹੀਂ ਹੈ। ਜਿੱਦਾਂ ਮੈਂ ਇੱਕ ਐਗਜ਼ਾਮਪਲ ਯੂਜ਼ ਕਰਾਂਗੀ, ਅਗਰ ਕੋਈ ਹਾਰਟ ਅਟੈਕ ਆ ਜਾਏ ਤੇ ਅਸੀਂ ਹਾਰਟ ਅਟੈਕ ਨੂੰ ਟ੍ਰੀਟ ਨਹੀਂ ਕਰਦੇ, ਅਸੀਂ ਹਾਰਟ ਨੂੰ ਟ੍ਰੀਟ ਕਰਦੇ ਹਾਂ, ਹਾਰਟ ਦੀ ਡਿਸੀਜ਼ ਨੂੰ ਟ੍ਰੀਟ ਕਰਦੇ ਹਾਂ। ਉੱਦਾਂ ਹੀ ਸਾਨੂੰ ਸਮਝਣਾ ਜ਼ਰੂਰੀ ਹੈ ਅਗਰ ਪੇਨ ਆ ਰਿਹਾ ਤੇ ਅਸੀਂ ਪੇਨ ਨੂੰ ਟ੍ਰੀਟ ਨਹੀਂ ਕਰਨਾ, ਪੇਨ ਦੀ ਜੜ ਨੂੰ ਟ੍ਰੀਟ ਕਰਨਾ ਹੈ। ਤੇ ਅਕਸਰ ਬੈਕ ਪੇਨ ਵਿੱਚ ਇੱਕ ਕਾਮਨ ਐਡਵਾਈਸ ਹੁੰਦੀ ਕੁਝ MRI, ਐਕਸ-ਰੇ ਜਾਂ CT ਸਕੈਨ ਕਰਾਉਣ ਨੂੰ ਕਿਹਾ ਜਾਂਦਾ ਹੈ, ਰੂਟੀਨ ਬਲੱਡ ਟੈਸਟ ਕਿਹਾ ਜਾਂਦਾ ਹੈ ਕੈਲਸ਼ੀਅਮ ਵਿਟਾਮਿਨ ਡੀ ਦੀ ਲੈਵਲਸ ਵੇਖਣ ਵਾਸਤੇ, ਜਾਂ ਫਿਰ ਕਈ ਨਾ ਕਈ ਦੂਜੇ ਟੈਸਟ ਵੀ ਕਈ ਵਾਰੀ ਸਾਡੇ ਐਕਸਪਰਟਸ ਰਿਕਮੈਂਡ ਕਰਦੇ ਨੇ ਕਿ ਅਗਰ ਕੋਈ ਹੋਰ ਬੜੀ ਡਿਸੀਜ਼ ਨਾ ਹੋਏ, ਜਿੱਦਾਂ ਅਸੀਂ ਕਹਿੰਦੇ ਹਾਂ ਕਿ ਆਟੋਇਮਿਊਨ ਡਿਸਆਰਡਰਸ ਹੁੰਦੇ ਨੇ ਜਿਹੜੇ ਵਿੱਚ ਜੈਨੇਟਿਕ ਇਸ਼ੂਜ਼ ਹੁੰਦੇ ਨੇ, ਮਤਲਬ ਕਈ ਸਾਰੀ ਦੂਜੀ ਵੀ ਲਿਸਟ ਆਫ ਐਕਸਰਸਾਈਜ਼ ਆਪਣਾ ਪਰੇਸ਼ਾਨੀਆਂ ਹੁੰਦੀ ਜਿਹਦੇ ਵਾਸਤੇ ਬਲੱਡ ਟੈਸਟ ਮੈਂਡੇਟਰੀ ਹੁੰਦੇ ਨੇ। ਜਿੱਦਾਂ ਕਿ ਐਂਕਲੋਜ਼ਿੰਗ ਸਪੌਂਡਿਲਾਈਟਿਸ ਇਜ਼ ਵੈਰੀ ਕਾਮਨ, ਆਟੋਇਮਿਊਨ ਡਿਸਆਰਡਰ ਜਿਹਦੇ ਵਿੱਚ ਬੈਕ ਪੇਨ ਬਹੁਤ ਜ਼ਿਆਦਾ ਕਾਮਨਲੀ ਹੁੰਦਾ ਹੈ। ਹੁਣ ਅਗਰ ਤੁਹਾਡੇ ਮੰਨ ਲਓ ਇੱਕ ਹੋ ਗਿਆ ਸਿਰਫ ਤੁਹਾਡਾ ਪੋਸਟਰਲ ਪੇਨ ਆ ਰਿਹਾ ਕਿ ਬਈ ਮੇਰੇ ਐਕਸ-ਰੇ ਵਿੱਚ ਕੁਝ ਖਾਸ ਚੇਂਜ ਨਹੀਂ ਦਿਖ ਰਹੇ ਜਾਂ ਮੇਰੇ MRI CT ਸਕੈਨ ਵਿੱਚ ਕੁਝ ਨਹੀਂ ਦਿਖ ਰਿਹਾ ਚੇਂਜ, ਫਿਰ ਵੀ ਮੈਨੂੰ ਪੇਨ ਮੁੜ ਕੇ ਰਹਿ ਰਿਹਾ, ਤੇ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਉਹ ਫੰਕਸ਼ਨ ਦਾ ਪ੍ਰੋਬਲਮ ਹੈ, ਉਹ ਸਟਰਕਚਰ ਦਾ ਪ੍ਰੋਬਲਮ ਨਹੀਂ ਹੈ। ਜਿੱਦਾਂ ਅਗਰ ਮੈਂ ਸਪਾਈਨ ਨੂੰ ਕਹਾਂ, ਦਿਸ ਇਜ਼ ਯੋਰ ਸਪਾਈਨ, ਇਹ ਤੁਹਾਡੇ ਮਣਕੇ ਹੈਗੇ ਨੇ, ਠੀਕ ਹੈ। ਇਹਦੇ ਵਿੱਚ ਜਿਹੜਾ ਤੁਹਾਡਾ ਵਾਈਟ ਟਿਸ਼ੂ ਦਿਖ ਰਿਹਾ ਤੁਹਾਡਾ ਡਿਸਕ ਹੈ, ਜਿਹੜੇ ਇਹ ਯੈਲੋ ਸਟਰਕਚਰ ਦਿਖ ਰਿਹਾ ਹੈ ਜੇ ਪੀਲਾ ਸਟਰਕਚਰ, ਦਿਸ ਇਜ਼ ਯੋਰ ਨਰਵਸ ਸਿਸਟਮ, ਠੀਕ ਹੈ। ਹੁਣ ਅਗਰ ਤੁਹਾਡਾ ਇਹ ਮਣਕੇ ਦੀ ਚਲਨ ਵਿੱਚ ਇਹ ਦੋ ਮਣਕਿਆਂ ਨੂੰ ਮੈਂ ਅਗਰ ਉਠਾ ਕੇ ਵੱਡਾ ਦਿਖਾਵਾਂ ਤਾਂ ਇੱਦਾਂ ਦਿਖਣਗੇ, ਦਿਸ ਇਜ਼ ਯੋਰ ਮਣਕਾ ਵੱਡਾ ਕਰਕੇ। ਔਰ ਰੈਡ ਸਟਰਕਚਰ ਸੇਮ ਜਿਹੜੇ ਦੇ ਵਿੱਚ ਵਾਈਟ ਦਿਖ ਰਿਹਾ, ਦਿਸ ਇਜ਼ ਯੋਰ ਡਿਸਕ। ਡਿਸਕ ਬੇਸਿਕਲੀ ਜੈਲ ਬੇਸ ਸਟਰਕਚਰ ਹੁੰਦਾ ਹੈ, ਜੈਲੀ ਟਾਈਪ ਹੁੰਦਾ ਹੈ, ਸੈਮੀ ਸੋਲਿਡ, ਜੋ ਕਿ ਕੁਸ਼ਨ ਹਰ ਕੰਮ ਕਰਦਾ, ਜੋ ਅਸੀਂ ਉੱਠਦੇ ਹਾਂ ਬੈਠਦੇ ਹਾਂ ਜਿੰਨੇ ਵੀ ਫੋਰਸਿਸ ਸਪਾਈਨ ਤੇ ਪੈਂਦੇ ਨੇ ਉਹ ਇੱਥੇ ਅਬਜ਼ੌਰਬ ਹੁੰਦੇ ਨੇ, ਤੇ ਪੂਰੇ ਦਿਨ ਡਿਸਕ ਇੱਦਾਂ ਕੰਮ ਕਰਦੀ ਰਹਿੰਦੀ ਹੈ। ਔਰ ਇਹ ਇੱਕ ਲੈਵਲ ਤੇ ਨਹੀਂ ਮਲਟੀਪਲ ਲੈਵਲ ਤੇ, ਜਦੋਂ ਅਸੀਂ ਕਮਰ ਦਾ ਦਰਦ ਕਹਿੰਦੇ ਹਾਂ ਲੰਬਰ ਸੈਗਮੈਂਟ ਹੋ ਜਾਂਦਾ ਜਿੱਥੇ 5 ਮਣਕੇ ਨੇ, L1, L2, L3, L4, L5। ਜਦੋਂ ਅਸੀਂ ਵਿਸ਼ਕਾਰ ਮਿਡਲ ਬੈਕ ਦੀ ਗੱਲ ਕਰੇ ਉਹ ਥੋਰੈਸਿਕ ਕੰਪੋਨੈਂਟ ਹੋ ਗਿਆ, ਉਹਦੇ ਵਿੱਚ 12 ਵਰਟੀਬਰਾ ਹੁੰਦੇ ਨੇ।
ਹਰ ਵਰਟੀਬਰਾ ਦੇ ਵਿੱਚ ਇਹ ਡਿਸਕ ਹੁੰਦੀ ਹੈ। ਹੁਣ ਇਹ ਕੁਸ਼ਨ ਦੇ ਹਰ ਕੰਮ ਕਰਦੀ, ਜਿੱਦਾਂ ਅਸੀਂ ਕਹਿੰਦੇ ਹਾਂ ਸ਼ੌਕਰਸ ਹੁੰਦੇ ਨੇ ਗੱਡੀ ਵਿੱਚ, ਥੀਸ ਆਰ ਲਾਈਕ ਸ਼ੌਕਰਸ, ਬਟ ਇਹ 'ਤੇ ਕੋਈ ਮੇਜਰ ਭਾਰ ਪੈ ਜਾਏ ਤੇ ਇਸ ਨੂੰ ਸਲਿਪ ਡਿਸਕ ਕਹਿੰਦੇ ਆ। ਦਿਸ ਇਜ਼ ਸਲਿਪ ਡਿਸਕ। ਹੁਣ ਇਹ ਖਿਸਕ ਗਈ ਤੇ ਖਿਸਕ ਗਈ, ਇਹ ਵਾਪਸ ਅੰਦਰ ਨਹੀਂ ਆ ਸਕਦੀ, ਇਹ ਸੁੱਕਣਾ ਸ਼ੁਰੂ ਹੋ ਜਾਏਗੀ। ਜਦੋਂ ਇਹ ਸੁੱਕਣਾ ਸ਼ੁਰੂ ਕਰਦੀ ਹੈ ਤੇ ਸਪੇਸ ਨੂੰ ਘੱਟ ਕਰ ਦਿੰਦੀ ਹੈ। ਜਦੋਂ ਸਪੇਸ ਨੂੰ ਘੱਟ ਕਰਦੀ ਤੇ ਆਟੋਮੈਟਿਕਲੀ ਇਹ ਨਸਾਂ ਦੇ ਉੱਤੇ ਦਬਾਅ ਬਣਨਾ ਸ਼ੁਰੂ ਹੁੰਦਾ ਹੈ। ਹੁਣ ਇਸ ਦਾ ਖਿਸਕਣਾ ਜ਼ਰੂਰੀ ਨਹੀਂ ਕਿ ਤੁਹਾਡਾ ਕੋਈ ਐਕਸੀਡੈਂਟ ਹੋਇਆ ਜਾਂ ਕੋਈ ਤੁਹਾਡੇ ਉੱਤੇ ਕੋਈ ਮੇਜਰ ਕੋਈ ਟਰਾਮਾ ਹੋ ਗਿਆ। ਇਹ ਡਿਸਕ ਖਿਸਕਣਾ ਨਾਰਮਲ ਏਜਿੰਗ ਦਾ ਵੀ ਰੂਟੀਨ ਹੈ। ਅਗਰ ਮੈਂ ਨਾਰਮਲੀ 25 ਤੋਂ 30 ਇਅਰਸ ਦੇ ਵਿਚਕਾਰ ਦੀ ਏਜ ਵਿੱਚ ਕਿਸੇ ਦਾ ਵੀ ਐਕਸਰੇ MRI ਕੱਢਾਂਗੀ, ਛੋਟੀ ਮੋਟੀ ਡਿਸਕ ਖਿਸਕੀ ਵੀ ਮੈਨੂੰ ਮਿਲੇਗੀ ਹੀ ਮਿਲੇਗੀ। ਦੈਟ ਇਜ਼ ਵੈਰੀ ਨਾਰਮਲ। ਜਿੱਦਾਂ ਅਸੀਂ ਕਹਿੰਦੇ ਹਾਂ ਕਿ ਗ੍ਰੇਇੰਗ ਆਫ ਹੇਅਰਸ, ਵਾਲ ਸਫੇਦੀ ਹੋਣਾ, ਦੰਦ ਖਿਸਣਾ, ਤਾਂ ਉਹਦੇ ਨਾਲ ਅਸੀਂ ਘਬਰਾਉਂਦੇ ਨਹੀਂ। ਪਰ ਇਹ ਚੇਂਜਸ ਵੇਖ ਕੇ ਅਸੀਂ ਸਡਨਲੀ ਸ਼ੌਕ, ਇਹ ਕੀ ਹੋ ਗਿਆ, ਮੇਰੀ ਡਿਸਕ ਹੀ ਖਿਸਕ ਗਈ, ਹੈ ਨਾ। ਰੂਟੀਨ ਦੇ ਵਿੱਚ ਅਸੀਂ ਕਿਹੜੀਆਂ ਚੀਜ਼ਾਂ ਕਰਦੇ ਨੇ ਜਿਸ ਦੇ ਨਾਲ ਇਹ ਸਭ ਤੋਂ ਪਹਿਲਾਂ ਤੁਹਾਡਾ ਬੈਡ ਪੋਸਚਰ। ਅਸੀਂ ਬਸ ਸਾਰੇ ਹੀ ਨਾ ਕਾਫੀ ਸਾਰੇ ਬਲੇਮ ਕਰਦੇ ਹਾਂ ਕਿ ਸਾਡੀ ਲੌਂਗ ਸਿਟਿੰਗ ਹੁੰਦੀ ਹੈ ਜਾਂ ਸਕਰੀਨ ਟਾਈਮ ਜ਼ਿਆਦਾ ਹੁੰਦਾ ਅੱਜ ਕੱਲ੍ਹ ਬੱਚਿਆਂ ਵਿੱਚ, ਜਾਂ ਫਿਰ ਵੱਡਿਆਂ ਜ਼ਿਆਦਾ ਰੀਡਿੰਗ ਵਿੱਚ ਹੈਗੀਆਂ ਨੇ, ਜਾਂ ਫਿਰ ਕੋਈ ਪਾਠ ਕਰ ਰਿਹਾ ਹੈ, ਪ੍ਰੇਅਰਸ ਵਿੱਚ ਹੈਗੀਆਂ ਨੇ, ਜਾਂ ਜਦੋਂ ਰੂਟੀਨ ਵੀ ਫੈਮਿਲੀ ਗੈਟ ਟੂਗੇਦਰ ਹੋ ਰਹੇ ਨੇ, ਐਵਰੀਵਨ ਇਜ਼ ਸਟੂਪਿੰਗ, ਸਾਰੇ ਝੁਕ ਕੇ ਬੈਠ ਰਹੇ ਨੇ, ਹੈ ਨਾ। ਕੋਈ ਵੀ ਅੱਛਾ ਚੇਅਰ ਤੇ ਨਹੀਂ ਆਉਣਾ ਚਾਹੁੰਦਾ, ਨਾਰਮਲ ਗੈਟ ਟੂਗੇਦਰ ਬੈੱਡ ਤੇ ਹੋ ਰਿਹਾ ਹੈ ਨਾ। ਬਹੁਤ ਬੈਡ ਪੋਸਚਰਸ ਦਾ ਯੂਜ਼ ਐਕਸਟ੍ਰੀਮ ਹੋ ਰਿਹਾ ਹੈ। ਪੋਸਚਰ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਟੌਪਿਕ ਹੈ। ਪੋਸਚਰ ਦੀ ਕੇਅਰ ਹੋਗੀ ਤੇ ਤੁਸੀਂ ਤੁਹਾਡੀ ਮਾਸਪੇਸ਼ੀਆਂ ਜਿਹੜੀਆਂ ਹੈਗੀਆਂ ਨੇ ਬੈਕ ਤੇ, ਅਗਰ ਮੈਂ ਚਮੜੀ ਨੂੰ ਹਟਾਵਾਂਗੀ, ਸਕਿਨ ਨੂੰ, ਤੇ ਉਹਦੇ ਥੱਲੇ ਮੈਨੂੰ ਇੱਕ ਮਾਸਪੇਸ਼ੀਆਂ ਦੀ ਲੇਅਰ ਮਿਲੇਗੀ। ਮਾਸਪੇਸ਼ੀਆਂ ਨੂੰ ਹਟਾਵਾਂਗੀ ਤੇ ਹੱਡੀ ਦੀ ਲੇਅਰ ਮਿਲੇਗੀ, ਮੈਨੂੰ ਸਪਾਈਨ ਦੀ ਲੇਅਰ ਮਿਲੇਗੀ। ਅਗਰ ਮਾਸਪੇਸ਼ੀ ਸਟਰੋਂਗ ਰਹੇਗੀ, ਜਿੱਦਾਂ ਅਸੀਂ ਕਹਿੰਦੇ ਹਾਂ ਕੋਈ ਟੈਂਟ ਹੈ, ਉਹ ਕਿੱਦਾਂ ਖੜਾ ਰਹਿੰਦਾ, ਪੋਲ ਜਿਹੜਾ ਸੈਂਟਰ ਹੈ, ਜਿਹੜਾ ਤੁਹਾਡਾ ਖੰਭਾ ਹੈ ਉਹ ਸੈਂਟਰ ਵਿੱਚ ਹੈ, ਤੇ ਰੱਸੀਆਂ ਜਿਹੜੀਆਂ ਹੈਗੀਆਂ ਨੇ ਉਹ ਤੁਹਾਡੀ ਮਾਸਪੇਸ਼ੀਆਂ ਹੈਗੀਆਂ ਨੇ। ਤੇ ਪੂਰੀ ਸਪਾਈਨ ਦੇ ਅੱਗੇ ਤੇ ਪਿੱਛੇ ਸਾਈਡਾਂ ਤੇ ਪੂਰੀ ਮਾਸਪੇਸ਼ੀਆਂ ਦਾ ਲੇਅਰ ਹੈ। ਅਗਰ ਉਹ ਸਟਰੋਂਗ ਰਹਿਣਗੀਆਂ ਤੇ ਤੁਹਾਡੇ ਬੈਕ ਪੋਸਚਰ ਹੋਣਗੇ ਹੀ ਨਹੀਂ। ਦੋਨੋਂ ਚੀਜ਼ ਰਿਲੇਟਡ ਹੈ। ਅਗਰ ਤੁਸੀਂ ਜਿੰਨਾ ਜ਼ਿਆਦਾ ਬੈਕ ਪੋਸਚਰ ਵਿੱਚ ਜਾਓਗੇ ਉਨਾ ਜ਼ਿਆਦਾ ਮਸਲਸ ਵੀਕ ਹੋਏਗੀ। ਜਿੰਨਾ ਤੁਹਾਡੀ ਲੌਂਗ ਸਿਟਿੰਗ ਹੋਏਗੀ, ਨਾਊਡੇਜ਼ ਵੀ ਸੇ ਲੌਂਗ ਸਿਟਿੰਗ ਇਜ਼ ਨਿਊ ਸਮੋਕਿੰਗ, that is so common, so muscles are again weak ਹੋਣਗੀਆਂ। ਤੇ ਮਸਲਸ ਨੂੰ ਐਕਸਟਰਾ ਕੇਅਰ ਕਰਨਾ ਜ਼ਰੂਰੀ ਹੈ। ਅੱਛਾ, ਨੇਕਡ ਆਈਜ਼ ਤੋਂ ਬੈਕ ਪੋਸਚਰ ਨੂੰ ਵੇਖਣਾ ਔਖਾ ਹੈ ਕਿਉਂਕਿ ਇਨੀਸ਼ੀਅਲ ਚੇਂਜਸ ਨਹੀਂ ਦਿਸਦੇ। ਅਗਰ ਵੱਧ ਤੋਂ ਵੱਧ ਪੇਸ਼ੈਂਟ ਜ਼ਿਆਦਾ ਅਸੀਂ ਕਹਿੰਦੇ ਕੁੱਬ ਨਿਕਲ ਗਈ ਜਾਂ ਫਿਰ ਕੋਈ ਕਮਰ ਦਾ ਹਿੱਸਾ ਧਸ ਗਿਆ ਤਾਂ ਤੇ ਐਵੀਡੈਂਟਲੀ ਦਿਸਦਾ ਹੈ, ਪਰ ਕਈ ਵਾਰੀ ਇਨੀਸ਼ੀਅਲ ਚੇਂਜਸ ਦਿਸਦੇ ਨਹੀਂ। ਉਹ ਅਸੀਂ ਨਾਰਮਲੀ ਐਕਸਪਰਟਸ ਉਸਨੂੰ ਕਲੀਨਿਕ ਵਿੱਚ ਬੁਲਾ ਕੇ ਅਸੈਸਮੈਂਟ ਕਰਕੇ ਉਹਨਾਂ ਨੂੰ ਦੱਸਦੇ ਹਾਂ ਕਿ ਤੁਹਾਡੇ ਪੋਸਚਰਲ ਪ੍ਰੋਬਲਮਸ ਆ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਅੱਜ ਮੈਂ ਗਲਤ ਕੁਰਸੀ ਤੇ ਬੈਠ ਗਿਆ, ਸ਼ਾਇਦ ਮੇਰਾ ਤਾਂ ਪੇਨ। ਇਹ ਸਾਨੂੰ ਕਿਵੇਂ ਪਤਾ ਲੱਗੇ ਕਿ ਕਿਹੜਾ ਪੋਸਚਰ, ਜਿਵੇਂ ਤੁਸੀਂ ਦੱਸਿਆ ਹੁਣੀ ਕਿ ਬੈਕ ਦੇ ਲਈ ਖਾਸ ਕਰਕੇ, ਕਿ ਕਿਸ ਪੋਜੀਸ਼ਨ ਦੇ ਵਿੱਚ ਬੰਦਾ ਬੈਠੇ ਕਿ ਬੈਕ ਪੇਨ ਅਵੋਇਡ ਕੀਤਾ ਜਾ ਸਕੇ? ਤਾਂ ਸਭ ਤੋਂ ਪਹਿਲਾਂ ਤੇ ਹਮੇਸ਼ਾ ਸਿਟਿੰਗ ਚੇਅਰ ਤੇ ਕਰਨੀ ਹੈ। ਇੱਕ ਗੱਲ ਦਾ ਵਿਸ਼ੇਸ਼ ਖਿਆਲ ਰੱਖਣਾ ਹੈ, ਬੈੱਡ ਤੇ ਬਹਿਣਾ ਹੀ ਨਹੀਂ ਹੈ। ਪਰ ਅੱਜ ਕੱਲ ਤੇ ਬੜਾ ਰਿਵਾਜ ਹੈ ਕਿ ਮੋਬਾਈਲ ਹੱਥ ਦੇ ਵਿੱਚ ਲਿਆ ਤੇ ਬੈੱਡ ਤੇ, ਪਰ ਜਦੋਂ ਤੁਸੀਂ ਪਹਿਲੇ ਤੇ ਖਾਲੀ ਬੈਠੇ ਹੋ ਨਾ, ਤਾਂ ਵੀ ਤੁਹਾਡੀ ਚੇਅਰ ਜਿਹੜੀ ਹੋਏ ਆਰਮ ਰੈਸਟ ਦੇ ਨਾਲ ਹੋਏ, ਤੁਹਾਡੇ ਹੱਥ ਉਹਦੇ ਉੱਤੇ ਪੋਜੀਸ਼ਨ ਹੋਏ ਤਾਂ ਕਿ ਤੁਸੀਂ ਡਰੂਪ ਨਹੀਂ ਕਰੋਗੇ। ਪਹਿਲੇ ਕੇਅਰ ਇਹ ਕਰਨੀ ਹੈ। ਸੈਕੰਡਰੀ, ਜਿੱਦਾਂ ਮੈਂ ਆਪਣੇ ਪਿੱਛੇ ਇੱਕ ਪਿੱਲੋ ਰੱਖਿਆ ਹੋਇਆ, ਇਹ ਪਿੱਲੋ ਜ਼ਰੂਰ ਯੂਜ਼ ਕਰਨਾ ਹੈ, ਚਾਹੇ ਤੁਹਾਡੀ ਕਿੰਨੀ ਬ੍ਰਾਂਡਡ ਚੇਅਰ ਹੋ, ਤੁਹਾਡੀ ਕਿੰਨੀ ਵਧੀਆ ਚੇਅਰ ਹੋ, ਕਿੰਨੀ ਮਹਿੰਗੀ ਚੇਅਰ ਹੋ, ਲੱਕੜ ਦੀ ਹੋ, ਜਿੱਦੇ ਮਰਜ਼ੀ ਹੋਏ, ਇਹ ਤੁਹਾਡੀ ਕੁਸ਼ਨ ਚੇਅਰ ਹੋ, ਤਾਂ ਵੀ ਤੁਸੀਂ ਆਪਣਾ ਪਿੱਲੋ ਬੈਕ ਤੇ ਜ਼ਰੂਰ ਯੂਜ਼ ਕਰਨਾ ਹੈ। ਔਰ ਉਹ ਪਿੱਲੋ ਸ਼ੁੱਡ ਬੀ ਟਚਿੰਗ ਕੰਪਲੀਟਲੀ ਔਰ ਅਪਰ ਬੈਕ, ਸਿਰਫ ਥੱਲੇ ਦਾ ਪੋਰਸ਼ਨ ਨਹੀਂ ਕਵਰ ਕਰੇਗਾ। ਜਿੱਦਾਂ ਅਸੀਂ ਕਈ ਵਾਰੀ ਮੈਂ ਵੇਖਦੀ ਹਾਂ ਕੁਸ਼ਨ ਲੋਕੀ ਪਲੇਸ ਕਰਦੇ ਨੇ ਬੈਕ ਤੇ, ਕਈ ਵਾਰੀ ਛੋਟਾ ਤਕੀਆ ਪਲੇਸ ਕਰਦੇ ਨੇ, ਇੱਕ ਛੋਟਾ ਜਿਹਾ ਰਾਊਂਡਡ ਪਿੱਲੋ ਰੱਖਦੇ ਨੇ, ਉਹ ਸਾਰਾ ਕੁਝ ਯੂਜ਼ ਨਹੀਂ ਕਰਨਾ। A lot of time I've seen lot of people specific chair support, back supports ਆਉਂਦੇ ਨੇ, ਉਹ ਵੀ ਯੂਜ਼ ਕਰਦੇ ਹੁੰਦੇ ਨੇ, ਬਟ ਇਟ ਹੈਜ਼ ਟੂ ਬੀ ਜਿਹੜਾ ਜੋ ਵੀ ਤੁਸੀਂ ਸਪੋਰਟ ਯੂਜ਼ ਕਰੋ ਪੂਰਾ ਅਪਰ ਬੈਕ ਤੱਕ ਆਏਗਾ, ਸਿਰਫ ਲੋਅਰ ਬੈਕ ਨੂੰ ਸਪੋਰਟ ਨਹੀਂ ਕਰੇਗਾ। ਦੂਜੀ ਗੱਲ, ਜਦੋਂ ਤੁਸੀਂ ਬੈਠੇ ਹੋ ਸਕਰੀਨ ਦੇਖ ਰਹੇ ਹੋ, ਕੋਸ਼ਿਸ਼ ਕਰੋ ਸਕਰੀਨ ਟੇਬਲ ਤੇ ਹੋਏ ਤੇ ਤੁਹਾਡੀ ਚੇਅਰ ਪੂਰੀ ਟੇਬਲ ਦੇ ਅੰਦਰ ਚਲੀ ਜਾਏ ਤਾਂ ਕਿ ਤੁਹਾਡੇ ਐਲਬੋ ਜੋ ਹੈ, ਜਿਹੜਾ ਕੋਨ ਹੀ, ਉਹ ਟੇਬਲ ਦੇ ਉੱਤੇ ਰੈਸਟ ਕਰੇ। ਬਟ ਕਈ ਵਾਰੀ ਹੁੰਦਾ ਨਾ, ਸਾਨੂੰ ਟੇਬਲ ਨਹੀਂ ਮਿਲਦਾ, ਅਸੀਂ ਕੰਮ ਕਰਦੇ ਹਾਂ, ਅੱਜ ਕੱਲ੍ਹ ਵਰਕ ਫਰਮ ਹੋਮ ਦਾ ਕਲਚਰ ਹੈ, ਕਾਫੀ ਸਾਰੇ ਲੋਕ ਘਰ ਤੇ ਕੰਮ ਕਰਦੇ ਨੇ ਚੇਅਰ ਤੇ, ਆਪਣੇ ਉੱਤੇ ਇੱਕ ਦੋ ਪਿੱਲੋਜ਼ ਦਾ ਸਟੈਕ ਬਣਾ ਲਓ, ਇੱਕ ਦੇ ਉੱਤੇ ਇੱਕ ਰੱਖ ਕੇ ਫਿਰ ਤੁਸੀਂ ਗੈਜਟ ਨੂੰ ਯੂਜ਼ ਕਰੋ, ਤੁਹਾਡੀ ਸਟੂਪਿੰਗ ਆਪੇ ਅਵੋਇਡ ਹੋ ਜਾਏਗੀ। ਇੱਥੇ ਇੱਕ ਸਵਾਲ ਇਹ ਆ ਰਿਹਾ ਕਿ ਜਿਵੇਂ ਚਲੋ ਸ਼ਹਿਰਾਂ ਦੇ ਵਿੱਚ ਆਪਾਂ ਕੁਰਸੀਆਂ ਤੇ ਬੈਠਦੇ ਹਾਂ ਜਾਂ ਵਰਕ ਪਲੇਸ ਤੇ ਕੁਰਸੀ ਤੇ ਬੈਠਦੇ ਹਾਂ, ਪਿੰਡਾਂ ਦੇ ਵਿੱਚ ਰਿਵਾਜ ਹੈ ਕਿ ਮੰਜੇ ਤੇ ਬੈਠਦੇ ਨੇ ਜਾਂ ਫਿਰ ਪੀੜ੍ਹੀਆਂ ਤੇ ਬੈਠਦੇ ਨੇ, ਤੇ ਉਹ ਅਜੇ ਵੀ ਪਿੰਡਾਂ ਦੇ ਵਿੱਚ ਅਜਿਹਾ ਨਹੀਂ ਹੈ ਕਿ ਜ਼ਿਆਦਾਤਰ ਲੋਕ ਕੁਰਸੀ ਤੇ ਬੈਠਦੇ ਹੋਣ, ਤੇ ਉਹਨਾਂ ਲਈ ਕੀ ਸਲਾਹ ਹੈ? ਅਗਰ ਉਹਨਾਂ ਦੇ ਵਾਸਤੇ ਵੀ ਬਹੁਤ ਜ਼ਰੂਰੀ, ਜਦੋਂ ਮੈਂ ਕਹਾਂ ਕਿ ਪਿੰਡਾਂ ਵਿੱਚ ਹੁਣ ਅੱਜ ਕੱਲ੍ਹ ਉਸ ਤਰ੍ਹਾਂ ਦੀ ਵੀ ਮਿਹਨਤ ਨਹੀਂ ਰਹੀ ਜਿੱਦਾਂ ਪਹਿਲਾਂ ਹੁੰਦੀ ਸੀਗੀ, ਫਿਜ਼ੀਕਲ ਵਰਕ ਹੈ ਨਾ। ਤੇ ਪਹਿਲਾਂ ਵੀ ਕਿਉਂਕਿ ਫਿਜ਼ੀਕਲ ਵਰਕ ਜ਼ਿਆਦਾ ਹੁੰਦਾ ਸੀਗਾ, ਇਸ ਕਰਕੇ ਉਹਨਾਂ ਦੀ ਸਪਾਈਨ ਜਿਹੜੀ ਮਸਲਸ ਸੀਗੀ ਸੋਲਿਡ ਸੀਗੀ। ਬਟ ਅੱਜ ਕੱਲ੍ਹ ਉਹ ਕੰਮ ਘਟ ਗਿਆ, ਪਰ ਪ੍ਰੈਕਟਿਸ ਜਿਹੜੀ ਟ੍ਰੈਡੀਸ਼ਨਲ ਪ੍ਰੈਕਟਿਸ ਹੁਣੇ ਵੀ ਚੱਲ ਰਹੀ ਕਿ ਮੰਜਾ ਤੇ ਬਹਿਣਾ ਹੈ ਜਾਂ ਥੱਲੇ ਬਹਿਣਾ ਹੈ ਬਿਨਾਂ ਟੇਕ ਲਏ, ਉਹ ਨੁਕਸਾਨ ਕਰੇਗਾ। ਇਹ ਹੌਲੀ ਹੌਲੀ ਪ੍ਰੈਕਟਿਸ ਤੇ ਲੈ ਕੇ ਹੀ ਆਉਣਾ ਪਏਗਾ, ਕੁਰਸੀ ਨੂੰ ਆਪਣੀ ਰੂਟੀਨ ਹੈਬਿਟ ਵਿੱਚ ਲੈ ਕੇ ਆਉਣਾ ਪਏਗਾ। ਅਗਰ ਅਸੀਂ ਆਪਣੀ ਸਪਾਈਨ ਦੀ ਹੈਲਥ ਅੱਛੀ ਵਧੀਆ ਚਾਹੁੰਦੇ ਹਾਂ ਤੇ ਤੁਸੀਂ ਆਪਣੀ ਨਾਰਮਲ ਚੇਅਰ ਰੱਖੋ ਲੱਕੜ ਦੀ, ਉਹਦੇ ਵਾਸਤੇ ਕੋਈ ਬ੍ਰਾਂਡਡ ਚੇਅਰ, ਜਿੱਦਾਂ ਅਸੀਂ ਪੁਰਾਣੇ ਟਾਈਮ ਤੋਂ ਆਫਿਸ ਚੇਅਰਸ ਕਹਿੰਦੇ ਸੀ ਕਿ ਦੇ ਆਰ ਬੈਸਟ, ਦੇ ਆਰ ਰੀਅਲੀ ਗੁੱਡ, ਬਟ ਜਿੰਨਾ ਅਸੀਂ ਔਰ ਡਿਟੇਲ ਵਿੱਚ ਜਾਈਏ ਤਾਂ ਅਸੀਂ ਕਹਿੰਦੇ ਕਿ ਚੇਅਰ ਦੀ ਵੀ ਹਾਈਟ ਤੁਹਾਡੇ ਡਾਇਮੈਂਸ਼ਨਸ ਦੇ ਮੁਤਾਬਿਕ ਹੋਣਾ ਚਾਹੀਦਾ। ਤੁਹਾਡੀ ਲੌਂਗ ਸਿਟਿੰਗ ਹੈ ਤੇ ਸਭ ਤੋਂ ਪਹਿਲਾਂ
ਪਹਿਲਾਂ ਤੇ ਬੈਸਟ ਐਡਵਾਈਸ ਵੀ ਸੇ ਐਵਰੀ 30 ਮਿੰਟਸ ਤੁਸੀਂ ਪੋਜੀਸ਼ਨ ਚੇਂਜ ਕਰੋ। ਅਗਰ ਤੁਸੀਂ ਤੁਹਾਡਾ ਲੌਂਗ ਸਿਟਿੰਗ ਹੋ ਰਿਹਾ ਚਾਹੇ ਸ਼ਹਿਰਾਂ ਵਿੱਚੋਂ ਚਾਹੇ ਪਿੰਡਾਂ ਵਿੱਚੋਂ 30 ਮਿੰਟਸ ਦੇ ਵਾਸਤੇ ਤੁਸੀਂ ਬੈਠੇ ਹੋ 5-7 ਮਿੰਟ ਖੜੇ ਹੋ ਗਏ 5-7 ਮਿੰਟ ਚੱਲ ਲਏ ਉਹਦੇ ਬਾਅਦ ਵਾਪਸ ਆ ਕੇ ਬੈਠ ਗਏ ਦੈਟ ਇਜ਼ ਉਹਦੇ ਤੇ ਵਰਗਾ ਕੋਈ ਔਰ ਐਡਵਾਈਸ ਹੋ ਹੀ ਨਹੀਂ ਸਕਦਾ। ਅਸੀਂ ਕਈ ਵਾਰੀ ਸੁਣਨੇ ਆ ਕਿ ਜੀ ਸਾਨੂੰ ਟਾਈਮ ਨਹੀਂ ਮਿਲਦਾ। ਮੈਂ ਕਿਹਾ ਕੋਈ ਨਹੀਂ ਤੁਸੀਂ ਕੰਮ ਕਰਦੇ ਚਲੋ ਆਪਣੀ ਚੇਅਰ ਤੇ ਖੜੇ ਹੋ ਜਾਓ ਕੋਈ ਡਰ ਨਹੀਂ ਈਵਨ ਦੈਟ ਵਿਲ ਟੇਕ ਕੇਅਰ ਆਫ ਯੋਰ ਸਪਾਈਨ। ਪੋਜੀਸ਼ਨ ਚੇਂਜ ਇਜ਼ ਮਸਟ। ਜਿੱਦਾਂ ਅਸੀਂ ਕਹਿੰਦੇ ਨੇ ਕਿ ਪਾਣੀ ਜਿਹੜਾ ਵਾਟਰ ਹੈ ਮਟਕੇ ਵਿੱਚ ਰੱਖਿਆ ਤੁਸੀਂ ਉਹ ਘੁੰਮਦਾ ਰਹੇ ਤਾਂ ਵਧੀਆ ਹੈ ਅਗਰ ਇੱਕ ਜਗ੍ਹਾ ਤੇ ਰਹਿ ਜਾਏਗਾ ਤਾਂ ਉਹ ਨੁਕਸਾਨ ਕਰੇਗਾ। ਉਹਦਾ ਹੀ ਗਰੀਸ ਹੁੰਦੀ ਹੈ ਇੱਥੇ ਸਾਨੂਬਲ ਫਲੂਇਡਸ ਹੁੰਦੇ ਨੇ ਇੱਥੇ ਜੁਆਇੰਟ ਤੇ ਜੋ ਉਸਨੂੰ ਨਿਊਟ੍ਰੀਸ਼ਨ ਦਿੰਦੇ ਨੇ। ਜਿੰਨਾ ਤੁਸੀਂ ਪੋਜੀਸ਼ਨ ਚੇਂਜ ਕਰੋਗੇ ਉਸਦੀ ਲਾਈਫ ਵਧੀ ਜਾਏਗੀ। ਕਿਹੜੀ ਉਮਰ ਦੇ ਲੋਕ ਨੇ ਜਿਹੜੇ ਬੈਕ ਪੇਨ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਕਿ ਬੱਚਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ ਜੇ ਹੈ ਤਾਂ ਉਸ ਦੀ ਵਜ੍ਹਾ ਕੀ ਹੈ ਤੇ ਉਹਨੂੰ ਅਵੋਇਡ ਕਿਵੇਂ ਕਰ ਸਕਦੇ ਆਪਾਂ? ਮੈਂ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ 20 ਸਾਲ ਪਹਿਲਾਂ ਤੇ ਮੈਨੂੰ ਯਾਦ ਹੈ ਸਾਨੂੰ ਜ਼ਿਆਦਾ ਪੇਸ਼ੈਂਟ ਮਿਲਦੇ ਸੀਗੇ 50 ਸਾਲ 60 ਸਾਲ 70 ਸਾਲ ਦੀ ਉਮਰ ਦੇ ਵਿੱਚ। ਹੁਣ ਮੈਂ 10 ਸਾਲ ਤੋਂ ਵੇਖ ਰਹੀ ਹਾਂ ਟ੍ਰੈਂਡ ਹੀ ਰਿਵਰਸ ਹੋ ਗਿਆ। ਜ਼ਿਆਦਾ ਪੇਸ਼ੈਂਟ ਆ ਰਹੇ ਨੇ 30 ਇਅਰਸ 35 ਇਅਰਸ 30 35 40 ਸਾਲ ਦੇ ਜ਼ਿਆਦਾ ਪੇਸ਼ੈਂਟ ਆ ਰਹੇ। ਔਰ ਹੁਣ ਲੇਟਲੀ ਰੀਸੈਂਟਲੀ 1-2 ਸਾਲ ਤੋਂ ਖਾਸਕਰ ਕੋਵਿਡ ਦੇ ਬਾਅਦ ਜਦੋਂ ਬੱਚਿਆਂ ਨੇ ਆਨਲਾਈਨ ਸਕੂਲ ਸ਼ੁਰੂ ਕੀਤਾ ਘਰ ਤੇ ਸਟੱਡੀਜ਼ ਚੱਲ ਰਹੀ ਹੈ ਤਾਂ ਆਈ ਐਮ ਸੀਇੰਗ ਪੇਸ਼ੈਂਟ ਐਜ਼ ਅਰਲੀ ਐਜ਼ 10 ਸਾਲ 12 ਸਾਲ 15 ਸਾਲ ਦੇ ਬੱਚੇ ਵੀ ਬੈਕ ਪੇਨ ਲੈ ਕੇ ਆ ਰਹੇ ਨੇ। ਉਹਨਾਂ ਦੇ ਵਿੱਚ ਵੀ ਡਿਸਕ ਪ੍ਰੋਲੈਪਸ ਬਹੁਤ ਕਾਮਨ ਹੈ। ਇਟਸ ਵੈਰੀ ਕਾਮਨ ਨਾ। ਇਹ ਬੱਚੇ ਪੇਨ ਲੈ ਕੇ ਨਹੀਂ ਆਉਂਦੇ। ਇਹਨਾਂ ਦੇ ਪੇਰੈਂਟਸ ਨਾਰਮਲੀ ਕੰਪਲੇਨ ਕਰਦੇ ਨੇ ਕਿ ਬੱਚਾ ਪੂਰੇ ਟਾਈਮ ਚੇਅਰ ਤੇ ਬਹਿਣਾ ਹੀ ਨਹੀਂ ਚਾਹੁੰਦਾ ਲੇਟ ਕੇ ਪੜ੍ਹਨਾ ਚਾਹੁੰਦਾ ਹੈ ਬੈਡ ਤੇ ਸਲਾਊਚ ਪੋਜੀਸ਼ਨ ਹੈ ਲਟਕੇ ਹੋਏ ਜਿੱਦਾਂ ਅਸੀਂ ਕਹਿੰਦੇ ਹਾਂ ਰਾਊਂਡਡ ਬੈਕ ਦੇ ਨਾਲ ਬੈਠਦੇ ਨੇ ਸਿੱਧਾ ਬੈਠ ਹੀ ਨਹੀਂ ਸਕਦਾ 2 ਮਿੰਟ ਬੈਠਦਾ ਫਿਰ ਲਟਕ ਜਾਂਦਾ ਹੈ ਬੈਡ ਤੇ ਮਤਲਬ ਸਿੱਧਾ ਬੈਠਣ ਵਿੱਚ ਬੱਚਾ ਕਹਿੰਦਾ ਮੈਨੂੰ ਬਹੁਤ ਮੁਸ਼ਕਿਲ ਆਉਂਦੀ ਮੈਨੂੰ ਬਹੁਤ ਐਫਰਟਸ ਲੱਗਦੇ ਨੇ ਅੱਛਾ ਪੋਸਚਰ ਮੇਨਟੇਨ ਕਰਨ ਵਾਸਤੇ। तो नॉर्मली दे कम विद दिस कंप्लेन और सेकंड कंप्लेन जैसे कि मैंने बहुत थकावट रहती है मेरा कॉन्सेंट्रेशन पढ़ाई विच नहीं लग रहा क्योंकि पिछों दी स्पाइन सीधी नहीं है ब्रेन कितना नॉर्मल फंक्शन करेगा ब्रेन ते स्पाइन दे उत्ते खड़ा हुआ है। तो इक्वली हुण आजकल यंगस्टर्स विच इक्वली कॉमन है एंड द मोस्ट कॉमन रीजन इज अगेन बैक पोस्चर्स वेरी कॉमनली। साडे टाइम ते बैक पोस्चर्स होंदे सीगे बट नालों नाल असीं फिजिकली एक्टिव भी सीगे। आजकल फिजिकल एक्टिविटी बिल्कुल नहीं बची सारा कुछ हैंड्स ऑन हो गया सारा कुछ गैजेट बेस्ड हो गया है हर चीज़ वास्ते कहीं ना कहीं हैल्पर्स दा सपोर्ट शहरां विच पिंडां विच भी मैं वेखदी हां कई ਵਾਰੀ ਪਿੰਡਾਂ ਤੋਂ ਵੀ ਕਾਫੀ ਕੰਸਲਟੇਸ਼ਨਸ ਆਉਂਦੇ ਨੇ ਕਿ ਬੱਚਿਆਂ ਨੂੰ ਪੜ੍ਹਨ ਵਾਸਤੇ ਹਰ ਚੀਜ਼ ਪੇਰੈਂਟਸ ਹੱਥ ਵਿੱਚ ਦਿੰਦੇ ਨੇ ਈਵਨ ਪਾਣੀ ਵੀ ਉਹਨਾਂ ਨੂੰ ਉੱਠਣ ਨਹੀਂ ਦਿੰਦੇ। ਦੈਟ ਇਜ਼ ਅ ਮੇਜਰ ਕਾਜ਼ ਫॉर देयर बैक पेन्स एंड बैक पोस्चर्स। ਕਿਹੜੀਆਂ ਚੀਜ਼ਾਂ ਜਿਹੜੀਆਂ ਡਾਈਟ ਦੇ ਵਿੱਚ ਸ਼ਾਮਿਲ ਕਰੀਏ? ਜਿੱਦਾਂ ਅਸੀਂ ਕੈਲਸ਼ੀਅਮ ਵਿਟਾਮਿਨ ਡੀ ਦਾ ਕਹਿੰਦੇ ਆ ਕਿ ਕੈਲਸ਼ੀਅਮ ਵਿਟਾਮਿਨ ਡੀ ਹੱਡੀ ਨੂੰ ਮਜ਼ਬੂਤ ਕਰਦਾ ਹੈ ਬਿਲਕੁਲ ਉਹ ਸਹੀ ਗੱਲ ਹੈ ਹੱਡੀ ਨੂੰ ਮਜ਼ਬੂਤ ਕਰਦਾ ਹੈ। ਕੈਲਸ਼ੀਅਮ ਤੁਹਾਡਾ ਹੱਡੀ ਵਿੱਚ ਜਾਏਗਾ। ਪਹਿਲਾਂ ਕਹਿੰਦੇ ਸੀ ਕਿ ਕੈਲਸ਼ੀਅਮ ਹੌਲੀ ਹੌਲੀ ਵਿਟਾਮਿਨ ਡੀ ਦਾ ਕਨਸੈਪਟ ਆਇਆ ਕਿ ਵਿਟਾਮਿਨ ਡੀ ਹੋਏਗਾ ਤਾਂ ਕੈਲਸ਼ੀਅਮ ਬਾਡੀ ਵਿੱਚ ਲੱਗੇਗਾ ਅਦਰਵਾਈਜ਼ ਨਹੀਂ ਲੱਗੇਗਾ ਪਾਰਸ਼ਲੀ ਲੱਗੇਗਾ ਮਤਲਬ ਪੂਰਾ ਨਹੀਂ। ਪਰ ਕੈਲਸ਼ੀਅਮ ਵਿਟਾਮਿਨ ਡੀ ਤੁਹਾਡੀ ਹੱਡੀ ਵਿੱਚ ਜਾਏਗਾ ਮੂਵਮੈਂਟ ਤੇ ਤੁਹਾਡੇ ਜੁਆਇੰਟ ਤੇ ਆਏਗੀ ਨਾ। ਕਈ ਵਾਰੀ ਮੈਂ ਪੇਸ਼ੈਂਟਸ ਨੂੰ ਵੇਖਦੀ ਉਹਨਾਂ ਦੀ ਸ਼ਿਕਾਇਤ ਹੁੰਦੀ ਕਿ ਅਸੀਂ ਕਈ ਸਾਲਾਂ ਤੋਂ ਕੈਲਸ਼ੀਅਮ ਵਿਟਾਮਿਨ ਡੀ ਲੈ ਰਹੇ ਹਾਂ ਫਿਰ ਵੀ ਸਾਨੂੰ ਪੇਨ ਮੁੜ ਕੇ ਆ ਰਿਹਾ ਕਿਉਂਕਿ ਤੁਹਾਡੀ ਹੱਡੀ ਤੇ ਮਜ਼ਬੂਤ ਹੋ ਗਈ ਲੇਕਿਨ ਉਹ ਚੱਲ ਨਹੀਂ ਰਹੀ। ਜਿੱਦਾਂ ਮੈਂ ਕਾਰ ਤੇ ਮਜ਼ਬੂਤ ਕਰ ਦਿੱਤੀ ਪਰ ਚਾਲੂ ਨਹੀਂ ਹੁੰਦੀ ਅੱਗੇ ਨਹੀਂ ਟੁਰਦੀ ਫਿਰ ਉਸ ਕਾਰ ਦਾ ਫਾਇਦਾ ਕੀ। ਤਾਂ ਕੈਲਸ਼ੀਅਮ ਵਿਟਾਮਿਨ ਡੀ ਵੀ ਬਲਕਿ ਤੁਹਾਡੀ ਬੋਨ ਵਿੱਚ ਸਭ ਤੋਂ ਜ਼ਿਆਦਾ ਤਾਂ ਹੀ ਅਬਜ਼ੌਰਬ ਹੋਏਗਾ ਜਦੋਂ ਤੁਸੀਂ ਮੂਵਮੈਂਟ ਵਿੱਚ ਆਓਗੇ। ਕੈਲਸ਼ੀਅਮ ਮੈਟਾਬੋਲਿਜ਼ਮ ਜੋ ਅਸੀਂ ਵਰਡ ਯੂਜ਼ ਕਰਨੇ ਆ ਉਹ ਵੀ ਤਾਂ ਹੀ ਐਕਟਿਵ ਹੋਏਗਾ ਇਫੈਕਟਿਵ ਹੋਏਗਾ ਜਦੋਂ ਤੁਹਾਡੇ ਜੁਆਇੰਟ ਚੱਲੇਗਾ। ਉਹਨਾਂ ਇਹ ਜੁਆਇੰਟ ਮੈਂ ਕਹਿ ਰਹੀ ਹਾਂ ਮਨਕੇ ਦੇ ਲੈਵਲ ਤੇ ਇਸ ਨਾਲ ਚੱਲਣਾ ਬਹੁਤ ਜ਼ਰੂਰੀ। ਕਈ ਵਾਰੀ ਲੋਕੀ ਕਹਿੰਦੇ ਮੈਂ ਤਾਂ ਅੱਗੇ ਵੀ ਝੁਕ ਜਾਂਦੀ ਹਾਂ ਥੱਲੇ ਵੀ ਬੈਠ ਸਕਦੀ ਹਾਂ ਸੀੜੀਆਂ ਵੀ ਪੌੜੀਆਂ ਵੀ ਚੜ੍ਹ ਜਾਂਦੀ ਹਾਂ ਫਿਰ ਵੀ ਮੈਨੂੰ ਪੇਨ ਹੈ। ਜੋ ਤੁਸੀਂ ਉਹ ਮੂਵਮੈਂਟ ਐਗਜ਼ੀਕਿਊਟ ਕਰ ਰਹੇ ਹੋ ਕੰਪਲੈਕਸ ਮੂਵਮੈਂਟ ਹੈ ਉਹ ਵੱਡੀ ਮੂਵਮੈਂਟ ਹੈ ਕਾਫੀ ਸਾਰੇ ਉਹਦੇ ਵਿੱਚ ਮੈਕੈਨਿਜ਼ਮ ਐਕਟਿਵ ਹੋਏ ਨੇ ਤਾਂ ਤੁਸੀਂ ਉਹ ਮੂਵਮੈਂਟ ਨੂੰ ਐਗਜ਼ੀਕਿਊਟ ਕਰ ਰਹੇ ਹੋ। ਅਸੀਂ ਕਹਿੰਦੇ ਹਾਂ ਜਦੋਂ ਬੈਕ ਪੇਨ ਆ ਰਿਹਾ ਇਹ ਮੂਵਮੈਂਟ ਨੂੰ ਹੋਣਾ ਬਹੁਤ ਜ਼ਰੂਰੀ ਹੈ। ਇਹ ਤੁਹਾਡੀ ਜੈਮਿੰਗ ਵਿੱਚ ਗਈ ਹੈ ਇਹ ਲੌਕਿੰਗ ਵਿੱਚ ਗਈ ਹੈ ਇਹ ਕੰਮ ਨਹੀਂ ਕਰ ਰਹੀ ਐਂਡ ਆਈ ਹੈਵ ਮੈਂਸ਼ਨਡ ਆਲਰੇਡੀ ਦ ਰੀਜ਼ਨਸ ਕਿਹੜੇ ਕਿਹੜੇ ਹੋ ਸਕਦੇ ਨੇ ਜਿਹਦੇ ਕਰਕੇ ਇਹ ਜੈਮ ਹੋ ਜਾਏਗੀ। ਤੇ ਕੈਲਸ਼ੀਅਮ ਵਿਟਾਮਿਨ ਡੀ ਬਿਲਕੁਲ ਸਹੀ ਹੈ ਬਿਲकुल ठीक है। और कैल्शियम विटामिन डी वास्ते नॉर्मली भी इसे डेयरी प्रोडक्ट्स दूध के बने हुए आइटम जोड़े होंगे ने दे आर गुड मखाने जोड़े होंगे ने दे आर गुड रिसोर्स ऑफ कैल्शियम। पनीर जोड़ा है घर का बनया हुआ बाजार का नहीं घर का क्योंकि बाजार के पनीर में तुहानू फैट्स और दूसरी चीज़ां ज़्यादा मिलणगियां रादर दैन कैल्शियम बट घर के बने में तुहानू प्रॉपर अपना जोड़ा है कोशिश करो डबल टोन या जोड़ा जिहदे उत्ते दी मलाई निकली हुई वो मिल्क का तुसी दूध का पनीर बनाओ ताकि फैट्स कंजम्पशन ज़्यादा ना जाए और दे आर ऑल्सो गुड रिसोर्स ऑफ कैल्शियम। बट असीं कहने डाइटरी हैबिट्स तुहाडी खालीपन नू भर नहीं सकता। कई बार इदा भी असीं वेखने बोन बहुत खोखली है ज़्यादा कैल्शियम विटामिन डी की डिफिशियंसी है उस टाइम तो तुहानू सप्लीमेंट्स लेने ही पैणगे ताकि एक बारी भरपाई हो जाए तो नालों नाल तुसी अपनी ईटिंग हैबिट्स दे नाल उस नू मेंटेन रख सकते हो। ਬਿਲਕੁਲ ਕਈ ਵਾਰ ਜਦੋਂ ਆਪਾਂ ਗੱਲ ਕਰਦੇ ਕਿ ਦਰਦ ਹੋ ਰਿਹਾ ਹੈ ਅੱਜ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਦਰਦ ਹੋਇਆ ਤੇ ਮੈਂ ਸੋਚਾਂ ਕਿ ਸ਼ਾਇਦ ਮੈਂ ਐਕਸਰਸਾਈਜ਼ ਨਹੀਂ ਕਰ ਰਹੀ ਇਸ ਲਈ ਮੈਨੂੰ ਪੇਨ ਹੋ ਰਿਹਾ ਤੇ ਮੈਂ ਐਕਸਰਸਾਈਜ਼ ਸ਼ੁਰੂ ਕਰ ਦਿੰਦੀ ਹਾਂ ਕਿ ਇਸ ਤਰ੍ਹਾਂ ਪੇਨ ਦੇ ਵਿੱਚ ਐਕਸਰਸਾਈਜ਼। ਵੈਰੀ ਰਾਈਟ ਕੁਐਸਚਨ ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ ਕਿਉਂਕਿ ਜਿੱਦਾਂ ਮੈਂ ਕਿਹਾ ਕਿ ਸਭ ਤੋਂ ਪਹਿਲਾਂ ਪੇਨ ਕਿਲਰ ਤੇ ਧਿਆਨ ਜਾਂਦਾ ਹੈ ਪੇਸ਼ੈਂਟ ਦਾ ਜਦੋਂ ਪੇਨ ਆਉਂਦਾ ਜਾਂ ਫਿਰ ਉਹ ਕੋਈ ਲੰਬਰ ਸਪੋਰਟ ਯੂਜ਼ ਕਰਦੇ ਨੇ ਬੈਲਟ ਜਿੱਦਾਂ ਅਸੀਂ ਕਾਮਨ ਵੇਖਦੇ ਹਾਂ। ਸੈਕੰਡਲੀ ਉਹਨਾਂ ਦਾ ਧਿਆਨ ਖੁਰਾਕ ਤੇ ਜਾਂਦਾ ਹੈ ਕਿ ਮੈਂ ਕਿੱਦਾਂ ਖੁਰਾਕ ਨੂੰ ਇੰਪਰੂਵ
ਕਰਾਂ, ਫਿਰ ਜਾਂ ਪੋਸਚਰ ਤੇ ਧਿਆਨ ਚਲਾ ਗਿਆ। ਲੇਕਿਨ ਫੋਰਥ ਐਕਸਰਸਾਈਜ਼ ਇਜ਼ ਦ ਡਾਇਰੈਕਟ ਫੂਡ, ਨਾਟ ਐਨ ਇਨਡਾਇਰੈਕਟ ਫੂਡ, ਇਟਸ ਅ ਡਾਇਰੈਕਟ ਫੂਡ ਫॉर योर ਜॉइंट्स ਐਂਡ ਮਸਲਸ। ਬਿਲਕੁਲ ਸਿੱਧਾ ਇੰਪੈਕਟ ਪਏਗਾ ਐਕਸਰਸਾਈਜ਼ਸ ਦਾ। ਪਰ ਜਦੋਂ ਪੇਨ ਹੁੰਦਾ ਹੈ ਉਸ ਟਾਈਮ ਤੇ ਐਕਸਰਸਾਈਜ਼ ਨਹੀਂ ਕਰਨੀ। ਜਿੱਦਾਂ ਅਸੀਂ ਬੁਖਾਰ ਵਿੱਚ ਐਕਸਰਸਾਈਜ਼ ਨਹੀਂ ਕਰਦੇ, ਉਹਦਾ ਪੇਨ ਵਿੱਚ ਐਕਸਰਸਾਈਜ਼ ਨਹੀਂ ਕਰਨੀ। ਪਰ ਕਹਿੰਦੇ ਨੇ ਕਿ ਪੇਨ ਬਿਨਾ ਕੁਝ ਗੇਨ ਨਹੀਂ ਹੁੰਦਾ ਤੇ ਇਹ ਬਹੁਤ ਬਹੁਤ ਬੜਾ ਮਿਥ ਹੈ ਮਾਰਕੀਟ ਵਿੱਚ, नो पेन नो गेन। ਅਕਸਰ ਮੈਂ ਬਹੁਤ ਸਾਰੇ ਐਕਸਰਸਾਈਜ਼ ਫਲੋਰ ਤੇ ਲੋਕ ਵੱਖ-ਵੱਖ ਫਲੋਰ ਫਿਟਨੈਸ ਟੂਲਸ ਹੈ, ਕੋਈ ਜਿਮ ਕਰਦਾ ਹੈ, ਕੋਈ ਐਰੋਬਿਕਸ ਕਰ ਰਿਹਾ ਹੈ, ਕੋਈ ਡਾਂਸ, ਕੋਈ ਸਵਿਮਿੰਗ, कोई बैडमिंटन, कोई टेनिस, है ना, बहुत सारे अच्छा कोई फंक्शनल एक्सरसाइजेज। आजकल बहुत सारे ऑप्शंस है मार्केट ਵਿੱਚ ਤੁਹਾਡੇ ਮਸਲਸ ਨੂੰ ਕਹਿੰਦੇ ਸੋਲਿਡ ਬਣਾਉਣ ਵਾਸਤੇ। ਲੇਕਿਨ ਇਹ ਗੱਲ ਹਮੇਸ਼ਾ ਖਿਆਲ ਰੱਖਣਾ ਆਪਣੇ ਪੇਸ਼ੈਂਟਸ ਨੂੰ ਕਹਿੰਦੇ ਆ, ਅਗਰ ਤੁਹਾਨੂੰ ਘਰ ਦੇ ਕੰਮ ਜਦੋਂ ਤੁਸੀਂ ਸ਼ੁਰੂ ਕਰਦੇ ਹੋ, ਜਿੱਦਾਂ ਬੈੱਡ ਸ਼ੀਟ ਚੇਂਜ ਕਰਨਾ, ਜਿੱਦਾਂ ਕਿਚਨ ਵਿੱਚ ਛੋਟੇ ਛੋਟੇ ਕੰਮ ਹੁੰਦੇ ਨੇ, ਘਰ ਦੀ ਸਫਾਈ ਹੋ ਗਈ, ਉਹ ਜ਼ਿਆਦਾ ਜ਼ਰੂਰੀ ਹੈ, ਪਹਿਲਾ ਜ਼ਰੂਰੀ ਹੈ। ਅਗਰ ਤੁਸੀਂ ਉਹ ਸਾਰਾ ਕੁਝ ਠੀਕ ਨਾਲ ਕਰ ਸਕਦੇ ਹੋ, ਉਹਦੇ ਬਾਅਦ ਡਿਸੀਜਨ ਲਓ ਕਿ ਹਾਂ ਮੈਂ ਹੁਣ ਜਿਮ ਕਰਨਾ ਹੈ, ਮੈਂ ਐਰੋਬਿਕਸ ਕਰਨਾ ਹੈ। ਕਈ ਸਾਰੀ ਪੇਸ਼ੈਂਟਸ ਨੂੰ ਮੈਂ ਵੇਖਦੀ ਹਾਂ ਕਿ ਉਹ ਸਾਰਾ ਦਿਨ ਬੈਠੇ ਨੇ, ਕੁਝ ਨਹੀਂ ਕਰ ਰਹੇ, ਪਰ ਸਵੇਰੇ 1 ਘੰਟਾ ਐਕਸਕਲੂਸਿਵ ਜਿਮ ਕਰ ਲਿਆ, ਐਰੋਬਿਕਸ ਕਰ ਲਿਆ, ਐਂਡ ਦੈਨ ਦੇ ਥਿੰਕ ਕਿ ਮੈਂ ਆਪਣੀ ਜਿਹੜੀ ਐਕਸਰਸਾਈਜ਼ ਦੀ ਨੀਡ ਉਹ ਪੂਰੀ ਕਰ ਲਈ। ਜਿੱਦਾਂ ਸਾਨੂੰ ਬ੍ਰੇਕਫਾਸਟ, ਲੰਚ ਔਰ ਡਿਨਰ ਤਿੰਨੋਂ ਟਾਈਮ ਤੇ ਚਾਹੀਦਾ ਹੈ ਨਾ, ਐਕਸਰਸਾਈਜ਼ ਵੀ ਸਾਨੂੰ ਅਲੱਗ-ਅਲੱਗ ਵੱਖ-ਵੱਖ ਫਾਰਮ ਵਿੱਚ ਡਿਫਰੈਂਟ ਟਾਈਮ ਤੇ ਦਿਨ ਤੇ ਚਾਹੀਦਾ ਮਸਲਸ ਨੂੰ ਸਟਰੋਂਗ ਕਰਨ ਵਾਸਤੇ। ਨੈਕਸਟ ਕੁਐਸਚਨ ਆਉਂਦਾ ਸੀ ਕਿ ਸਾਰਾ ਦਿਨ ਐਕਸਰਸਾਈਜ਼ ਕਰਦੇ ਰਹੀਏ। ਨਹੀਂ, ਤੁਸੀਂ ਆਪਣੇ ਫੰਕਸ਼ਨਲ ਰੂਟੀਨ ਜੋ ਤੁਹਾਨੂੰ ਖਾਣ ਦੀ ਲੋੜ ਹੈ, ਜੋ ਤੁਹਾਨੂੰ ਆਪਣੇ ਵਾਰਡਰੋਬ ਤੋਂ ਕੋਈ ਚੀਜ਼ ਕੱਢਣੀ ਹੈ, ਜੋ ਤੁਸੀਂ ਆਪਣੇ ਕਿਚਨ ਦੇ ਕੰਮ ਕਰਨੇ ਨੇ, ਤੇ ਦੋਵੇਂ ਪੇਸ਼ੈਂਟ ਨੇ, ਇੱਕ ਅੰਡਰ ਡੂ, ਇੱਕ ਓਵਰ ਡੂ। ਇੱਕ ਕਹਿੰਦਾ ਮੈਂ ਬਿਲਕੁਲ ਨਹੀਂ ਕਰਨ ਰਾਜੀ, ਇੱਕ ਕਹਿੰਦਾ ਮੈਂ ਬਹੁਤ ਜ਼ਿਆਦਾ ਕਰ ਰਿਹਾ। ਲਾਈਕ ਆਈ ਸੀ ਅ ਲੋਟ ਆਫ ਹਾਊਸ ਵਾਈਫਸ, ਲੋਟ ਆਫ ਫੀਮੇਲਸ ਜਿਹੜੇ ਵਰਕਿੰਗ ਫੀਮੇਲਸ ਹੈ, ਕਹਿੰਦੇ ਘਰ ਦਾ ਵੀ ਪੂਰਾ ਕੰਮ, ਬਾਹਰ ਦਾ ਵੀ, ਦੈਟ ਇਜ਼ ਓਵਰਡੂ। ਤੇ ਤੁਹਾਨੂੰ ਇੱਕ ਬੈਲੈਂਸ ਬਣਾਉਣਾ ਪਏਗਾ। ਜਿੱਥੇ ਤੁਹਾਨੂੰ ਲੋੜ ਹੈ ਹੈਲਪਰਸ ਦੀ ਹੈਲਪ ਲਓ, ਜਿੱਥੇ ਤੁਸੀਂ ਅੰਡਰ ਡੂ ਕਰ ਰਹੇ ਹੋ ਆਪੇ ਉੱਠ ਕੇ ਆਪਣੀ ਚੀਜ਼ਾਂ ਮੈਨੇਜ ਕਰੋ। that is the best exercise to begin with। ਜਦੋਂ ਤੁਸੀਂ ਉਹ ਕਰਨ ਸੌਖੇ ਕਰਨਾ ਸ਼ੁਰੂ ਕਰ ਜਾਓਗੇ, ਉਹਦੇ ਵਿੱਚ ਪੇਨ ਨਹੀਂ ਆ ਰਿਹਾ, then gradually advance towards your gym, aerobics, dance। ਬਟ ਇਹ ਐਕਸਰਸਾਈਜ਼ ਨੂੰ ਵੀ ਪਿਕ ਕਰਨ ਵਾਸਤੇ ਤੁਹਾਨੂੰ ਪਹਿਲਾਂ ਦੇਖਣਾ ਪਏਗਾ ਕਿ ਮੈਂ ਕਿਹਦੇ ਵਾਸਤੇ ਐਲੀਜੀਬਲ ਹਾਂ। ਬਿਲਕੁਲ ਐਦਾਂ ਨਹੀਂ ਕਿ ਰੈਂਡਮਲੀ ਮੈਂ ਅੱਜ ਕੱਲ੍ਹ ਗੂਗਲ ਮਾਤਾ ਦੀ ਵੀ ਜੈ, ਉਹ ਵੀ ਬਹੁਤ ਸਾਰੇ ਆਪਸ਼ਨਸ ਹੈ ਗੂਗਲ ਮਾਤਾ ਤੇ। ਤੇ ਕਈ ਵਾਰੀ ਅਸੀਂ ਵੇਖਦੇ ਹਾਂ ਪੇਸ਼ੈਂਟਸ ਉੱਥੋਂ ਦੀ ਕਈ ਨਿਊ ਐਕਸਰਸਾਈਜ਼ ਟ੍ਰੇਨ ਕਰਕੇ ਆਪਣੀ ਬੈਕ ਨੂੰ ਇੰਜਰ ਕਰ ਲੈਂਦੇ ਨੇ, ਡੈਮੇਜ ਕਰ ਲੈਂਦੇ ਨੇ। ਕਈ ਵਾਰੀ ਉਹ ਰੈਡੀ ਨਹੀਂ ਉਸ ਤਰੀਕੇ ਦੀ ਦੈਟ ਐਕਸਰਸਾਈਜ਼ ਇਜ਼ ਗੁੱਡ ਫॉर ਸਪਾਈਨ। ਉਹ ਤਾਂ ਇੱਕ ਜਨਰਲ ਸਟੇਟਮੈਂਟ ਹੋ ਗਿਆ, ਬਟ ਕੀ ਮੈਂ ਐਲੀਜੀਬਲ ਸੀਗਾ? ਮੇਰੇ ਕਹਿਣ ਦਾ ਮਤਲਬ ਹੈ ਕੋਈ ਬੱਚਾ ਮੰਨ ਲਓ ਅਗਰ ਵੋਮਿਟ ਕਰ ਰਿਹਾ, ਸਾਰਿਆਂ ਨੂੰ ਪਤਾ ਹੈ ਕਿ ਬੱਚੇ ਵਾਸਤੇ ਹੈਲਦੀ ਫੂਡ, ਸਾਰੀ ਸਬਜ਼ੀਆਂ ਖਾਣਾ, ਦਾਲ ਰੋਟੀ ਪੂਰਾ ਲੈਣਾ ਜ਼ਰੂਰੀ ਹੈ। ਪਰ ਜਦੋਂ ਵੋਮਿਟ ਕਰੇ ਉਸਨੂੰ ਉਸ ਟਾਈਮ ਤੇ ਅਸੀਂ ਨਹੀਂ ਕਹਿੰਦੇ ਨਾ ਕਿ ਇਹ ਤੁਸੀਂ ਆਪਣੀ ਨਾਰਮਲ ਖਾਣਾ ਤੇ ਉਸਨੂੰ ਪਹਿਲੇ ਸੂਪ ਦੇਣਾ, ਧੀਰੇ ਧੀਰੇ ਉਸਨੂੰ ਖਿਚੜੀ ਦਲੀਆ ਤੇ ਲੈ ਕੇ ਆਉਣਾ, ਸੌਫਟ ਡਾਈਟ ਅਸੀਂ ਕਹਿੰਦੇ ਹਾਂ। ਹੌਲੀ ਹੌਲੀ ਅਸੀਂ ਨਾਰਮਲ ਡਾਈਟ ਤੇ ਲੈ ਕੇ ਆਉਂਦੇ ਹਾਂ। ਸੇਮ ਇਸ ਜਦੋਂ ਤੁਸੀਂ ਪੇਨ ਵਿੱਚ ਹੋ, ਉਦੋਂ ਤੋਂ ਕੱਢਣਾ ਤੁਹਾਡੇ ਫਿਜ਼ੀਓ ਦੀ ਰਿਕੁਆਇਰਮੈਂਟ ਹੈ, ਨਾ ਕਿ ਤੁਹਾਡੀ ਐਕਸਰਸਾਈਜ਼ ਦੀ ਰਿਕੁਆਇਰਮੈਂਟ ਹੈ। ਜਦੋਂ ਤੁਸੀਂ ਪੇਨ ਤੋਂ ਬਾਹਰ ਆ ਜਾਓਗੇ, ਹੌਲੀ ਹੌਲੀ ਤੁਹਾਡਾ ਫਿਜ਼ੀਓ ਤੁਹਾਨੂੰ ਇਵੈਲੂਏਟ ਕਰਕੇ, ਐਗਜ਼ਾਮਿਨ ਕਰਕੇ, ਅਸੈਸ ਕਰਕੇ ਤੁਹਾਨੂੰ ਦੱਸੇਗਾ ਕਿਸ ਫਾਰਮ ਦੀ ਐਕਸਰਸਾਈਜ਼ ਤੁਸੀਂ ਸ਼ੁਰੂ ਵਿੱਚ ਕਰ ਸਕਦੇ ਹੋ, ਹੌਲੀ ਹੌਲੀ ਕਿੱਦਾਂ ਵਧਾ ਸਕਦੇ ਹੋ। ਬਾਕੀ ਰੂਟੀਨ ਵਿੱਚ ਐਕਸਰਸਾਈਜ਼ ਹਮੇਸ਼ਾ ਕਰਨੀ, ਉਸਦੀ ਕੋਈ ਏਜ ਹੈ ਹੀ ਨਹੀਂ। ਸਕੂਲ ਵਿੱਚ ਅਕਸਰ ਸਾਡੀ ਐਕਸਰਸਾਈਜ਼ ਹੁੰਦੀ ਹੈ, ਪੀਟੀ ਹੁੰਦੀ ਹੈ, ਪਰ ਕਾਲਜ ਲਾਈਫ ਵਿੱਚ ਨਾਰਮਲੀ ਮਿਸਿੰਗ ਹੁੰਦੀ ਹੈ, ਔਰ ਵਰਕਿੰਗ ਹੋ ਜਾਏ ਤਾਂ ਤੇ ਕੋਈ ਵੀ ਐਕਸਰਸਾਈਜ਼ ਵਾਸਤੇ ਟਾਈਮ ਹੀ ਨਹੀਂ ਕੱਢਣਾ ਚਾਹੁੰਦਾ। ਜੋ ਕਰਦੇ ਨੇ ਦੇ ਆਰ ਆਲਸੋ ਵਿਕਟਿਮ ਇਕੁਅਲੀ ਟੂ ਪੇਨਸ, ਕਿਉਂਕਿ ਰੈਂਡਮ ਪਿਕ ਹੈ, ਜਿਸ ਨੂੰ ਜੋ ਅੱਛਾ ਲੱਗੇ ਉਹ ਕਰਨਾ ਸ਼ੁਰੂ ਹੋ ਗਏ ਕਿ ਪਹਿਲਾਂ ਡਾਕਟਰ ਕੋਲ ਜਾਵਾਂਗੇ ਦਰਦ, ਫਿਰ ਉਹ ਅਗਰ ਰეკਮੈਂਡ ਕਰਨਗੇ ਤੇ ਫਿਰ ਕੀ ਸਿੱਧਾ ਵੀ ਫਿਜ਼ੀਓਥੈਰੇਪੀ ਕੋਲ ਪਹੁੰਚ ਸਕਦੇ ਆ, ਪਹੁੰਚ ਕਰ ਸਕਦੇ? ਯੈਸ, ਇਟ ਇਜ਼ ਵੈਰੀ ਇੰਪੋਰਟੈਂਟ ਕੁਐਸਚਨ। ਤੁਸੀਂ ਫਿਜ਼ੀਓ ਦੇ ਕੋਲ ਡਾਇਰੈਕਟ ਵੀ ਜਾ ਸਕਦੇ ਹੋ, ਇਹਦੇ ਵਿੱਚ ਤੁਹਾਨੂੰ ਕੋਈ ਰੈਫਰੈਂਸ ਦੀ ਜ਼ਰੂਰਤ ਨਹੀਂ ਹੁੰਦੀ। ਫਿਜ਼ੀਓ ਆਪਣੇ ਆਪ ਵਿੱਚ ਇੱਕ ਵੱਖਰੀ ਪੂਰੀ ਸਾਇੰਸ ਹੈ, ਪ੍ਰੋਪਰ ਐਵੀਡੈਂਸ ਬੇਸਡ ਪ੍ਰੈਕਟਿਸ ਹੈ, ਇਟਸ ਅ ਪ੍ਰੋਪਰ ਸਟਰੀਮ expertise in medical science, ਜਿੱਥੇ ਫਿਜ਼ੀਓ ਇਜ਼ ਐਕਚੁਅਲੀ ਤੁਹਾਡਾ ਰੀਅਲ ਡਾਕਟਰ ਫॉर योर ਐਕਸਰਸਾਈਜ਼ ਦਾ ਡਾਕਟਰ ਤੇ ਹੁੰਦਾ ਹੀ ਫਿਜ਼ੀਓ ਹੈ, ਤੇ ਉਹਦੇ ਕੋਲ ਸਮਝ ਕੇ ਅਸੀਂ ਸ਼ੁਰੂ ਕਰਨੀ ਹੈ। ਪਰ ਜਿਵੇਂ ਆਪਾਂ ਦੇਖਦੇ ਹਾਂ ਜ਼ਿਆਦਾਤਰ ਪਿੰਡਾਂ ਦੇ ਵਿੱਚ ਇਸ ਗੱਲ ਦਾ ਅਜੇ ਲੋਕਾਂ ਨੂੰ ਨਹੀਂ ਪਤਾ ਕਿ ਸਿੱਧਾ ਆਪਾਂ ਫਿਜ਼ੀਓਥੈਰੇਪੀ ਕੋਲ ਜਾਣਾ ਹੈ ਜਾਂ ਫਿਰ ਗੱਲਬਾਤ ਕਰਨੀ ਹੈ। ਉਹਨਾਂ ਲਈ ਕੀ ਸੁਝਾਅ ਹੈ ਕਿ ਜੇਕਰ ਤੁਹਾਡੀ ਬਾਡੀ ਤੁਹਾਨੂੰ ਸਾਈਨ ਦੇਵੇ ਤੇ ਸਭ ਤੋਂ ਪਹਿਲਾਂ ਰੈਸਟ ਜ਼ਰੂਰ ਲਓ। ਆਪਣੇ ਆਪ ਨੂੰ ਪੇਨ ਵਿੱਚ ਮੂਵ ਕਰਨਾ ਇਹ ਬਹੁਤ ਬੜਾ ਮਿਥ ਹੈ ਮਾਰਕੀਟ ਵਿੱਚ, ਕਿਉਂਕਿ ਖਾਸ ਕਰ ਵੱਡਿਆਂ ਬਜ਼ੁਰਗਾਂ ਵਿੱਚ ਨਾ ਇੱਕ ਟੈਨਸ਼ਨ ਹੁੰਦੀ ਕਿ ਅਗਰ ਮੈਂ ਬੈਠ ਗਈ ਤੇ ਮੇਰੇ ਔਰ ਸਰੀਰ ਬੇਕਾਰ ਹੋ ਜਾਏਗਾ, ਮੈਨੂੰ ਚੱਲਦੇ ਰਹਿਣਾ ਜ਼ਰੂਰੀ ਹੈ। ਇੱਦਾਂ ਮੈਂ ਯੰਗ ਪੋਪੂਲੇਸ਼ਨ ਨੂੰ ਵੇਖਿਆ ਹੈ ਕਿ ਜਦੋਂ ਕੰਮ ਦਾ ਪ੍ਰੈਸ਼ਰ ਹੈ, ਪ੍ਰੋਜੈਕਟਸ ਹੈ, ਟਾਰਗੇਟਸ ਹੈਗੇ ਨੇ, ਤੇ ਉਹ ਆਪਣੇ ਆਪ ਨੂੰ ਫੋਰਸ ਕਰਦੇ ਨੇ ਪੇਨਸ ਵਿੱਚ। ਦੈਟ ਇਜ਼ ਦ ਵਰਸਟ ਥਿੰਗ ਵਾਟ ਯੂ ਡੂ। ਅਗਰ ਅੱਜ ਤੁਸੀਂ ਰੈਸਟ ਨਹੀਂ ਲੋਗੇ ਹੋ, ਤੁਹਾਨੂੰ ਪੇਨ ਆਪੇ ਆਪ ਮਜਬੂਰ ਕਰ ਦੇਗਾ, ਇੱਕ ਦਿਨ ਦਾ ਨਹੀਂ ਹਫਤੇ ਦਾ ਰੈਸਟ ਮੰਗੇਗਾ। ਅੱਜ ਅਗਰ ਤੁਸੀਂ ਆਪਣੀ ਪੇਨ, ਹੁਣ ਹਰ ਵਾਰੀ ਲੇਟਣਾ ਵੀ ਪੋਸੀਬਲ ਨਹੀਂ ਹੁੰਦਾ, ਕੋਈ ਡਰ ਨਹੀਂ। ਤੁਸੀਂ ਉਸ ਦਿਨ ਆਪਣਾ ਦਿਨ ਇੱਦਾਂ ਪਲਾਨ ਕਰੋ, ਜਿਹੜੀ ਜ਼ਰੂਰੀ ਚੀਜ਼ਾਂ ਨੇ ਉਹ ਕਰ ਲਓ, ਜਿਹੜੀ ਤੁਸੀਂ ਛੱਡ ਸਕਦੇ ਹੋ ਅਗਲੇ ਦਿਨ ਵਾਸਤੇ ਪਾ ਦਿਓ। ਅਕਸਰ ਜਿਹੜੀ ਮਦਰਸ ਹੈਗੇ ਨੇ ਉਹਨਾਂ ਦਾ ਚੈਲੰਜ ਹੁੰਦਾ ਹੈ ਕਿ ਮੈਂ ਬੱਚੇ ਨੂੰ ਵੀ ਵੇਖਣਾ ਹੈ, ਮੈਂ ਆਪਣੀ ਫੈਮਿਲੀ ਨੂੰ ਵੀ ਵੇਖਣਾ ਹੈ, ਮੈਂ ਆਪਣੇ ਵਰਕ ਸਟੇਸ਼ਨ ਨੂੰ ਵੀ ਵੇਖਣਾ ਹੈ, ਮੇਰੇ ਕੰਮ ਨੂੰ ਵੀ ਵੇਖਣਾ ਹੈ, ਗੈਸਟ ਵੀ ਅਟੈਂਡ ਕਰਨੇ ਨੇ ਅਗਰ ਹਾਊਸ ਵਾਈਫ ਹੈ, ਸੋਸ਼ਲ ਲਾਈਫ ਹੈ, ਸਾਰਾ ਕੁਝ ਹੈ। ਤੇ ਯੂ ਡਿਸਾਈਡ, ਯੂ ਪਲਾਨ ਯੋਰ ਡੇ ਦੈਟ ਵੇ ਕਿ ਅੱਜ ਮੈਂ ਜਿਹੜੀ ਜ਼ਰੂਰੀ ਨਹੀਂ ਹੋ ਉਸਨੂੰ ਕੱਲ ਦੇ ਵਾਸਤੇ ਟਾਲ ਦੇ। ਬਾਜ਼ਾਰ ਜਿੱਦਾਂ ਤੁਸੀਂ ਰੋਕ ਸਕਦੇ ਹੋ, ਜਾਂ ਉਸ ਦਿਨ ਤੁਸੀਂ ਆਪਣੇ ਘਰ ਦੀ ਡਸਟਿੰਗ ਛੱਡ ਦਿਓ। ਟਰਾਈ ਟੂ ਅਕੋਮੋਡੇਟ ਦੈਟ ਟਾਈਮ ਫॉर ਰੈਸਟ।
ਹੁਣ ਰੈਸਟ ਦਾ ਮਤਲਬ ਪੂਰਾ ਇਹ ਨਹੀਂ ਕਿ ਤੁਸੀਂ ਲੇਟਣਾ ਹੀ ਹੈ, ਈਵਨ ਤੁਸੀਂ ਆਫ ਵਰਕ ਵੀ ਹੋਗੇ ਦੈਟ ਇਜ਼ ਆਲਸੋ ਰੈਸਟ, ਬਟ ਬੈਕ ਸ਼ੁੱਡ ਬੀ ਵੈਲ ਸਪੋਰਟਡ ਔਨ ਚੇਅਰ, ਪ੍ਰੋਪਰ ਸਪੋਰਟ ਹੋਏ ਤਾਂ ਦੈਟ ਇਜ਼ ਆਲਸੋ ਰੈਸਟ। ਮਾੜਾ ਮੋਟਾ ਪੇਨ ਹੈ ਉਹਦੇ ਵਾਸਤੇ ਤੁਸੀਂ ਆਪਣੇ ਕੋਈ ਲੋਕਲ ਜੈਲ ਐਪਲੀਕੇਸ਼ਨ ਦਾ ਅਸੀਂ ਕਹਿੰਦੇ ਬਹੁਤ ਸਾਰੇ ਆਪਸ਼ਨਸ ਹੈਗੇ ਨੇ ਅੱਜ ਕੱਲ੍ਹ ਮਾਰਕੀਟ ਵਿੱਚ, ਉਹ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਅਗਰ ਉਹੀ ਪੇਨ ਮੁੜ ਕੇ ਹਫਤੇ ਵਿੱਚ 3 ਵਾਰੀ ਜਾਂ ਡੇਲੀ ਉਸਦੀ ਇੰਟੈਂਸਿਟੀ ਜਿੱਦਾਂ 2-3 ਆਊਟ ਆਫ 10 ਵੱਧਦੀ ਜਾ ਰਿਹਾ ਹੈ, ਜਾਂ ਤੁਹਾਨੂੰ ਕੋਈ ਨਾ ਕੋਈ ਕੰਮ ਕਰਨ ਤੋਂ ਰੋਕ ਰਿਹਾ, ਜਿੱਦਾਂ ਬੈਕ ਪੇਨ ਵਾਲੇ ਪੇਸ਼ੈਂਟ ਅਕਸਰ ਕਹਿੰਦੇ ਨੇ ਅਸੀਂ ਅੱਗੇ ਝੁਕਦੇ ਹਾਂ ਸਾਡਾ ਪੇਨ ਵੱਧ ਜਾਂਦਾ ਹੈ, ਅਸੀਂ ਥੱਲੇ ਬੈਠਦੇ ਹਾਂ ਪੇਨ ਵੱਧ ਜਾਂਦਾ ਹੈ, ਲੌਂਗ ਸਟੈਂਡਿੰਗ ਕੀਤੀ ਪੇਨ ਵੱਧ ਰਿਹਾ ਹੈ। ਤੇ ਅਗਰ ਇਹ ਪ੍ਰੋਬਲਮ ਉਹਦੇ ਨਾਲ ਬਾਰ-ਬਾਰ ਰਿਲੇਟ ਹੋ ਰਹੀ ਹੈ ਦੈਨ ਇਟਸ ਮਸਟ, ਚਾਹੇ ਤੁਸੀਂ ਪਿੰਡ ਵਿੱਚ ਹੋ, ਚਾਹੇ ਤੁਸੀਂ ਵਿਦੇਸ਼ ਵਿੱਚ ਹੋ, ਚਾਹੇ ਤੁਸੀਂ ਸ਼ਹਿਰ ਵਿੱਚ ਹੋ। ਅਸੀਂ ਵੀ ਕਰਨੇ ਨਾ ਪਿੰਡ ਵਿੱਚ ਅਗਰ ਕੋਈ ਬੜੀ ਪ੍ਰੋਬਲਮ ਹੋ ਜਾਏ ਅਸੀਂ ਸ਼ਹਿਰ ਵਿੱਚ ਆਉਂਦੇ ਹਾਂ ਦਿਖਾਉਣ ਵਾਸਤੇ, ਉਹਦੇ ਅਗਰ ਤੁਹਾਡੇ ਨੇੜੇ ਤੇੜੇ ਕੋਈ ਫਿਜ਼ੀਓ ਨਹੀਂ ਹੈ, ਐਕਸਪਰਟ ਨਹੀਂ ਹੈ, ਤੇ ਤੁਸੀਂ ਸ਼ਹਿਰ ਵਿੱਚ ਆ ਕੇ ਕੰਸਲਟ ਜ਼ਰੂਰ ਕਰੋ, ਵਜ੍ਹਾ ਉਹਦੇ ਨਾਲ ਸ਼ੁਰੂ ਹੋ ਜਾਓ ਹੈ ਨਾ। ਕਈ ਵਾਰੀ ਮੈਂ ਵੇਖਦੀ ਹਾਂ ਕਈ ਸਾਰੇ ਪਿੰਡਾਂ ਵਿੱਚ ਪੇਸ਼ੈਂਟ ਲੋਕਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਿਹੜਾ ਅਸੀਂ ਕਹਿੰਦੇ ਹਾਂ ਕੁਐਕਸ ਕਹਿੰਦੇ ਹਾਂ ਹੈ ਨਾ, ਕਈ ਵਾਰੀ ਜਿਹੜਾ ਜਿਨ੍ਹਾਂ ਨੂੰ ਦਿਖਾਉਂਦੇ ਨੇ ਕਿ ਬਈ ਉਹਨਾਂ ਨੇ ਹੱਡੀ ਖਿੱਚੀ ਸੀਗੀ ਸਾਡੀ ਸੈੱਟ ਕਰ ਦਿੱਤੀ ਹੈ ਨਾ, ਉਹਨਾਂ ਦੇ ਹੱਥ ਵਿੱਚ ਸ਼ਫਾ ਹੈ, ਉਸ ਟਾਈਮ ਤੇ ਸਾਡਾ ਪੇਨ ਬਿਲਕੁਲ ਖਤਮ ਹੋ ਗਿਆ ਸੀਗਾ। ਸੀ ਥੀਸ ਆਰ ਆਲ ਅ ਵੈਰੀ ਬਿਗ ਟੌਪਿਕ। ਹੋਲਿਸਟਿਕ ਅਪਰੋਚ ਵੀ ਹੈਗੀਆਂ ਨੇ ਇਹਦੇ ਵਿੱਚ, ਕਈ ਸਾਰੇ ਦੂਜੀ ਜਿੱਦਾਂ ਐਕਿਊਪ੍ਰੈਸ਼ਰ, ਐਕਿਊਪੰਕਚਰ ਜਾਂ ਆਪਣਾ ਜੋ ਅਸੀਂ ਹੋਰ ਵੀ ਜਿੱਦਾਂ ਟ੍ਰੀਟਮੈਂਟ ਆਪਸ਼ਨਸ ਵੇਖਦੇ ਹਾਂ ਮਾਰਕੀਟ ਵਿੱਚ। ਅਗਰ ਤੁਹਾਡਾ ਪੇਨ ਚਲੋ ਇੱਕ ਵਾਰੀ ਆਇਆ ਉਸ ਨੂੰ ਸੈੱਟ ਕੀਤਾ ਕੱਲ ਠੀਕ ਹੈ, ਬਟ ਅਗਰ ਮੁੜ ਕੇ ਪੇਨ ਆ ਰਿਹਾ ਹੈ ਤੇ ਮੇਰੀ ਸਲਾਹ ਹੋਏਗੀ ਕਿ ਆਪਣੇ ਐਕਸਪਰਟ ਨੂੰ ਜ਼ਰੂਰ ਦਿਖਾਓ, ਬਜਾਏ ਬਾਰ-ਬਾਰ ਲੋਕਲ ਸੈਟਿੰਗ ਕਰਾ ਕੇ ਉਸ ਨੂੰ ਪੇਨ ਨੂੰ ਚੁੱਪ ਕਰ ਦੇਣਾ। ਜਿੱਦਾਂ ਅਸੀਂ ਕਹਿੰਦੇ ਅਗਰ ਬੁਖਾਰ ਇੱਕ ਦਿਨ ਆਇਆ ਠੀਕ ਹੈ, ਮੁੜ ਕੇ ਆਏਗਾ, ਤੁਸੀਂ ਕਰੋਸਿਨ ਲੈ ਕੇ ਉਸ ਨੂੰ ਪੈਰਾਸੀਟਾਮੋਲ ਲੈ ਕੇ ਸ਼ਾਂਤ ਕਰਦੇ ਜਾਓਗੇ, ਅੰਦਰ ਬਿਮਾਰੀ ਵੱਧ ਜਾਏਗੀ। ਤੇ ਲੋਕਲ ਤੁਸੀਂ ਸੈੱਟ ਕਰਾ ਕੇ ਅਗਰ ਕੰਮ ਚਲਾਈ ਜਾਓਗੇ ਤੇ ਕਈ ਵਾਰੀ ਅਸੀਂ ਵੇਖਦੇ ਹਾਂ ਕਿ ਇਹ ਸਿਰਫ ਡਿਸਕ ਨਹੀਂ ਖਿਸਕਦੀ, ਪੂਰਾ ਮਨਕਾ ਵੀ ਖਿਸਕ ਜਾਂਦਾ ਹੈ। ਔਰ ਕਈ ਵਾਰੀ ਉਹ ਨਮ ਕਰ ਰਿਹਾ ਹੈ ਪੈਰ ਨੂੰ, ਪੂਰਾ ਸੁੰਨ ਪੈ ਗਿਆ ਪੈਰ, ਕੀੜੀਆਂ ਜੀ ਆ ਰਹੀਆਂ ਨੇ, ਬਿਲਕੁਲ ਪੈਰ ਕਮਜ਼ੋਰ ਹੋ ਗਿਆ ਹੈ, ਮਸਲਸ ਸ਼ਰਿੰਕ ਹੋ ਗਈਆਂ ਨੇ, ਪੇਸ਼ੈਂਟ ਕੋਲ ਉੱਠਿਆ ਨਹੀਂ ਜਾ ਰਿਹਾ ਬਿਲਕੁਲ, ਉਹ ਨੌਬਤ ਤੇ ਅਸੀਂ ਨਹੀਂ ਪਹੁੰਚਣਾ। ਖਾਸ ਕਰਕੇ ਜਿਵੇਂ ਮਹਿਲਾਵਾਂ ਦੀ ਪ੍ਰੈਗਨੈਂਸੀ ਹੋ ਗਈ ਉਸ ਟਾਈਮ ਬੈਕ ਪੇਨ ਬਹੁਤ ਹੋਣ ਲੱਗ ਜਾਂਦਾ ਹੈ, ਜਾਂ ਫਿਰ ਪੋਸਟਮਾਰਟਮ ਉਸ ਤੋਂ ਬਾਅਦ, ਪ੍ਰੈਗਨੈਂਸੀ ਤੋਂ ਬਾਅਦ, ਡਿਲੀਵਰੀ ਤੋਂ ਬਾਅਦ ਜਦੋਂ ਉਸ ਟਾਈਮ ਵੀ ਬੈਕ ਪੇਨ ਨਾਲ ਉਹ ਬਹੁਤ ਜੂਝਦੇ ਨੇ, ਉਹਨਾਂ ਲਈ ਤੁਹਾਡੇ ਕੋਲ ਕੋਈ ਸਲਾਹ ਹੋਵੇ ਕਿ ਪ੍ਰੈਗਨੈਂਸੀ ਅੱਜ ਕੱਲ੍ਹ ਪ੍ਰੈਗਨੈਂਸੀ ਵਿੱਚ ਅਸੀਂ ਵੇਖਿਆ ਤਾਂ ਆਲਮੋਸਟ ਐਵਰੀ ਮਦਰ ਇਜ਼ ਵਿਕਟਿਮ। ਹਰ ਮਦਰ ਆਪਣੀ ਡਿਲੀਵਰੀ ਦੇ ਡਿਊਰਿੰਗ ਪ੍ਰੈਗਨੈਂਸੀ ਜਾਂ ਡਿਲੀਵਰੀ ਦੇ ਬਾਅਦ ਹਮੇਸ਼ਾ ਪੇਨ ਦੀ ਗੱਲ ਦੱਸੇਗੀ। ਇੱਕ ਇਹ ਬਹੁਤ ਬੜਾ ਮਿਥ ਹੈ ਮਾਰਕੀਟ ਵਿੱਚ, ਜਿੱਦਾਂ ਕਹਿੰਦੇ ਕਿ ਜੇ ਅਗਰ ਸਿਜ਼ੇਰੀਅਨ ਹੋ ਗਿਆ, ਆਪਰੇਸ਼ਨ ਨਾਲ ਬੱਚਾ ਹੋਇਆ ਤੇ ਬੈਕ ਪੇਨ ਆਏਗਾ ਹੀ ਆਏਗਾ। ਇਹ ਪੁਰਾਣੀ ਗੱਲਾਂ ਨੇ। ਅੱਜ ਕੱਲ੍ਹ ਆਪਰੇਸ਼ਨ ਟੈਕਨੀਕ ਅਗਰ ਬਾਈ ਚਾਂਸ ਜਦੋਂ ਕੋਈ ਐਮਰਜੈਂਸੀ ਵਿੱਚ ਡਾਕਟਰ ਨੂੰ ਡਿਸੀਜਨ ਲੈਣਾ ਪੈ ਗਿਆ ਕਿ ਆਪਰੇਸ਼ਨ ਦੇ ਨਾਲ ਬੱਚਾ ਨਿਕਾਲਣਾ ਪੈ ਗਿਆ, ਤੇ ਉਹਦੇ ਨਾਲ ਤੁਹਾਨੂੰ ਐਨਐਸਥੀਸੀਆ ਸਪਾਈਨ ਦੇ ਇੰਜੈਕਸ਼ਨ ਪਾਇਆ ਵੀ ਹੈ। ਅੱਜ ਕੱਲ੍ਹ ਟੈਕਨੀਕਸ ਇਤਨੀ ਐਡਵਾਂਸ ਹੈਗੀਆਂ ਨੇ ਕਿ ਉਹਦੇ ਨਾਲ ਬੈਕ ਪੇਨ ਨਹੀਂ ਆ ਸਕਦਾ। ਤੁਹਾਡਾ ਬੈਕ ਪੇਨ ਦਾ ਮੋਟਾ ਕਾਰਨ ਹੁੰਦਾ ਹੈ ਇੱਕ ਤੇ ਆਲਰੇਡੀ ਤੁਹਾਡਾ ਅਗਰ ਪ੍ਰੈਗਨੈਂਸੀ ਤੋਂ ਪਹਿਲਾਂ ਤੁਹਾਨੂੰ ਬੈਕ ਪੇਨ ਦੀ ਸ਼ਿਕਾਇਤ ਰਹੀ ਹੈ, ਜਾਂ ਫਿਰ ਡਿਊਰਿੰਗ ਪ੍ਰੈਗਨੈਂਸੀ ਪੂਰਾ ਵੇਟ ਬੱਚੇ ਦਾ ਜਿਹੜਾ ਹੁੰਦਾ ਸਪਾਈਨ ਬੈਕ ਤੇ ਲੋਅਰ ਬੈਕ ਤੇ ਪੈਂਦਾ ਹੈ, ਔਰ ਤੁਹਾਡੀ ਬੈਕ ਆਲਰੇਡੀ ਵੀਕ ਚੱਲੀ, ਤੁਸੀਂ ਕਦੀ ਆਪਣੀ ਜ਼ਿੰਦਗੀ ਵਿੱਚ ਐਕਸਰਸਾਈਜ਼ ਨਹੀਂ ਕੀਤੀ ਜਾਂ ਰਾਈਟ ਫਾਰਮ ਆਫ ਐਕਸਰਸਾਈਜ਼ ਨਹੀਂ ਕੀਤੀ, ਜਾਂ ਤੁਹਾਡੀ ਸਿਟਿੰਗ ਜ਼ਿਆਦਾ ਸੀਗੀ ਉਹਦੇ ਨਾਲ ਬੈਕ ਮਸਲਸ ਵੀਕ ਹੈਗੀਆਂ ਨੇ, ਤਾਂ ਵੀ ਪੇਨ ਇਰਪਟ ਹੋਏਗਾ। ਡਿਲੀਵਰੀ ਦੇ ਬਾਅਦ ਨਾਰਮਲੀ ਦਾ ਮੋਸਟ ਕਾਮਨ ਰੀਜ਼ਨ ਇਜ਼ ਫੀਡਿੰਗ ਪੋਸਚਰ। ਨਾ ਫੀਡਿੰਗ ਵਿੱਚ ਅਕਸਰ ਮਦਰ ਇੱਦਾਂ ਹੁੰਦੀਆਂ ਨੇ, ਉਹ ਬੱਚੇ ਨੂੰ ਪੂਰਾ ਕੰਫਰਟ ਦਿੰਦੀਆਂ ਨੇ, ਆਪਣਾ ਕੰਫਰਟ ਭੁੱਲ ਜਾਂਦੀਆਂ ਨੇ। ਤੇ ਜਦੋਂ ਤੁਸੀਂ ਫੀਡ ਕਰ ਰਹੇ ਹੋ, ਮੇਕ ਸ਼ੋਰ ਯੋਰ ਐਲਬੋ ਇਜ਼ ਵੈਲ ਸਪੋਰਟਡ ਵਿਦ ਅ ਫੀਡਿੰਗ ਪਿਲੋ ਵੀ ਅੱਜ ਕੱਲ੍ਹ ਆਉਂਦੇ ਨੇ, ਨਹੀਂ ਹੈ ਤਾਂ ਤੁਸੀਂ ਨਾਰਮਲ ਤਕੀਆ ਰੱਖ ਕੇ ਉਹਦੇ ਉੱਤੇ ਹੱਥ ਰੱਖ ਕੇ ਆਪਣਾ ਸਪੋਰਟ ਲਓ, ਪਿੱਛੇ ਸਪੋਰਟ ਲਓ, ਬੱਚੇ ਦੀ ਹਾਈਟ ਰੇਜ਼ ਕਰੋ, ਬੱਚੇ ਦੇ ਨੀਚੇ 2-3 ਪਿਲੋ ਰੱਖ ਲਓ, ਬਜਾਏ ਤੁਸੀਂ ਅੱਗੇ ਝੁੱਕ ਕੇ ਫੀਡ ਕਰਾ ਰਹੇ ਹੋ, ਕਿਉਂਕਿ ਫੀਡਿੰਗ ਕਰਾਉਣ ਵਿੱਚ ਕਾਫੀ ਟਾਈਮ ਨਿਕਲਦਾ ਹੈ। ਜਿਹੜੀ ਨਿਊ ਮਦਰਸ ਹੁੰਦੀਆਂ ਨੇ ਇਨੀਸ਼ੀਅਲ 6-8 ਮੰਥਸ, ਤੇ ਟੇਕ ਕੇਅਰ ਆਫ ਯੋਰ ਪੋਸਚਰ। ਫੀਡ ਕਰਾਉਣ ਦੇ ਬਾਅਦ ਅਕਸਰ ਮਦਰ ਕਹਿੰਦੀ ਹੁਣ ਮੈਨੂੰ ਮੌਕਾ ਮਿਲਿਆ ਮੈਂ ਲੇਟ ਜਾਵਾਂ, ਤੁਸੀਂ ਇੰਨਾ ਆਧਾ ਘੰਟਾ ਬੈਠ ਕੇ ਫੀਡ ਕਰਾਇਆ ਤਾਂ ਉਹਦੇ ਬਾਅਦ ਜ਼ਰੂਰੀ ਹੈ ਤੁਸੀਂ 5-10 ਮਿੰਟ ਵਾਸਤੇ ਖੜੇ ਹੋ ਜਾਓ ਜਾਂ ਚੱਲ ਲਓ, ਉਹਦੇ ਨਾਲ ਵੀ ਬਹੁਤ ਜ਼ਿਆਦਾ ਬੈਕ ਕੇਅਰ ਹੋ ਜਾਏਗੀ, ਬਜਾਏ ਇਮੀਡੀਏਟਲੀ ਲੇਟਣ ਵਾਸਤੇ। ਦੂਜੀ ਗੱਲ, ਬਿਕੋਜ਼ ਯੂ ਆਰ ਆਲਰੇਡੀ ਐਗਜ਼ੌਸਟਡ ਵਿਥ ਯੋਰ ਚਾਈਲਡ ਕੇਅਰ, ਤੇ ਆਪਣੇ ਮੈਂਬਰਸ, ਫੈਮਿਲੀ ਮੈਂਬਰਸ ਦਾ ਸਪੋਰਟ ਲਓ, ਹੈਲਪ ਲਓ ਕਿ ਉਹ ਤੁਹਾਨੂੰ ਸਪੋਰਟ ਕਰਨ ਦੂਜੇ ਕੰਮ ਵਾਸਤੇ। ਜਿੱਦਾਂ ਘਰ ਦੇ ਕਾਫੀ ਕੰਮ, ਹਾਊਸ ਵਾਈਫ ਦੇ ਕਾਫੀ ਕੰਮ ਘਰ ਦੇ ਹੋ ਜਾਂਦੇ ਨੇ, ਇਨੀਸ਼ੀਅਲ 2-3 ਮੰਥ ਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਫੈਮਿਲੀ ਦਾ, ਤਾਂ ਕਿ ਮਦਰ ਆਪਣੀ ਕੇਅਰ ਵੀ ਕਰ ਸਕੇ। ਮਦਰ ਆਪਣੀ ਕੇਅਰ ਵਿੱਚ ਨਾਰਮਲੀ ਜਿਹੜਾ ਰਿਵਾਜ ਹੈ ਉਹ ਖਾਣ ਪੀਣ ਦਾ ਪੂਰਾ ਕੇਅਰ ਹੁੰਦੀ ਹੈ, ਪਰ ਜਦੋਂ ਐਕਸਰਸਾਈਜ਼ ਦੀ ਗੱਲ ਆਉਂਦੀ ਹੈ ਜਾਂ ਮੂਵਮੈਂਟ ਦੀ ਆਉਂਦੀ ਹੈ, ਉਹਦੇ ਵਿੱਚ ਕਈ ਸਾਰੇ ਲੋਕ ਕਹਿੰਦੇ ਨੇ 40 ਦਿਨ ਜਾਪੇ ਦਾ ਹੁੰਦਾ, ਕੁਛ ਨਹੀਂ ਕਰਨਾ, ਦੈਟ ਇਜ਼ ਅਨਦਰ ਮਿਥ। ਬਿਲਕੁਲ ਮਦਰ ਅਗਰ ਨਾਰਮਲ ਡਿਲੀਵਰੀ ਹੈ ਤਾਂ ਸੈਕਿੰਡ ਡੇ ਤੋਂ ਆਪਣੀ ਐਕਸਰਸਾਈਜ਼ ਸ਼ੁਰੂ ਕਰ ਸਕਦੀ ਹੈ ਬੈਕ ਮਸਲਸ ਨੂੰ ਸਟਰੋਂਗ ਬਣਾਉਣ ਵਾਸਤੇ। ਔਰ ਅਗਰ ਆਪਰੇਸ਼ਨ ਸਿਜ਼ੇਰੀਅਨ ਦੇ ਨਾਲ ਕਿਸੇ ਕੰਪਲਿਕੇਸ਼ਨ ਦੇ ਨਾਲ ਤੁਹਾਡਾ ਅਗਰ ਹੋਇਆ ਹੈ ਤਾਂ ਉਹਦੇ ਵਿੱਚ ਫਿਜ਼ੀਓ ਨੂੰ ਮਿਲ ਕੇ ਅਗਰ ਤੁਸੀਂ ਐਕਸਰਸਾਈਜ਼ ਸ਼ੁਰੂ ਕਰੋਗੇ ਦੈਟ ਇਜ਼ ਅ ਬੈਟਰ ਆਈਡੀਆ। ਬਟ ਫਿਰ ਵੀ ਸੇਫਰ ਸਾਈਡ 'ਤੇ ਤੁਸੀਂ 3rd ਜਾਂ 4th ਡੇ 'ਤੇ ਜੈਂਟਲ ਐਕਸਰਸਾਈਜ਼ਸ ਤੁਸੀਂ ਸ਼ੁਰੂ ਕਰ ਸਕਦੇ ਹੋ, ਪਰ ਗੂਗਲ ਮਾਤਾ ਨੂੰ ਵੇਖ ਕੇ ਨਹੀਂ। ਕੋਈ ਹੋਰ ਮਦਰ ਹੈ ਉਸਨੇ ਐਕਸਰਸਾਈਜ਼ ਕੀਤੀ ਸੀਗੀ ਇਸ ਕਰਕੇ ਮੈਂ ਵੀ ਐਕਸਰਸਾਈਜ਼ ਕਰ ਲਿਆ,
ਡੋਂਟ ਡੂ that is going to cause you harm, ਉਹ ਤੁਹਾਨੂੰ ਨੁਕਸਾਨ ਕਰੇਗਾ। ਜਿੱਦਾਂ ਅਸੀਂ ਐਦਾਂ ਨਹੀਂ ਕਰਦੇ ਨਾ ਕਿ ਵੀ ਤੁਸੀਂ ਅੱਗੇ ਨਾਰਮਲ ਜੀ ਕਰੇ, ਤੁਸੀਂ ਸਫੇਦ ਗੋਲੀ ਲਈ ਤੁਹਾਨੂੰ ਆਰਾਮ ਆ ਗਿਆ, ਮੈਂ ਵੀ ਸਫੇਦ ਗੋਲੀ ਲੈ ਲਾਂ, ਐਦਾਂ ਨਹੀਂ ਕਰ ਸਕਦੇ ਨਾ। ਅਸੀਂ ਡਾਕਟਰ ਨੂੰ ਪੁੱਛ ਕੇ ਗੋਲੀ ਲੈਂਦੇ ਆ। ਐਕਸਰਸਾਈਜ਼ ਵੀ ਦਵਾਈ ਹੈ ਤੁਹਾਡੀ ਮਾਸਪੇਸ਼ੀਆਂ ਵਾਸਤੇ, ਤਾਂ ਉਹ ਵੀ ਡਾਕਟਰ ਨੂੰ ਪੁੱਛ ਕੇ ਲਓ, ਆਪੇ ਨਾ ਸ਼ੁਰੂ ਕਰੋ। ਜਿਵੇਂ ਤੁਸੀਂ ਦੱਸਿਆ ਬੱਚੇ ਲਈ ਦੱਸਿਆ ਕਿ ਮਦਰ ਲਈ, ਕਈ ਵਾਰ ਬੱਚੇ ਨੂੰ ਚੁੱਕਦੇ ਆ ਜਾਂ ਫਿਰ ਉਹਨੂੰ ਲੈ ਕੇ ਘੁੰਮਦੇ ਨੇ, ਤਾਂ ਉਸ ਵੇਲੇ ਵੀ ਧਿਆਨ ਰੱਖਣਾ ਹੁੰਦਾ ਕੁਝ? ਬਿਲਕੁਲ, ਉਸ ਟਾਈਮ ਤੇ ਅਕਸਰ ਮਦਰ ਕੀ ਕਰਦੀ, ਪੂਰੀ ਪਿੱਛੇ ਬੈਂਡ ਹੋ ਜਾਂਦੀ, ਬੱਚੇ ਨੂੰ ਉਸਨੂੰ ਡਕਾਰ ਦਿਲਾਣੀ ਹੈ, ਬਰਪਿੰਗ ਕਰਾਣੀ ਹੈ। ਤੁਸੀਂ ਪਿੱਛੇ ਨਾ ਜਾਓ, ਜਿੰਨਾ ਤੁਸੀਂ ਸਟ੍ਰੇਟ ਰਹੋਗੇ। ਆਈ ਅੰਡਰਸਟੈਂਡ ਉਸ ਟਾਈਮ ਤੇ ਬਹੁਤ ਔਖਾ ਹੁੰਦਾ ਹੈ, ਮੈਂ ਥੱਕੀ ਹੋਈ ਹਾਂ, ਮੈਂ ਹੁਣ ਕਿੱਦਾਂ ਸਿੱਧੇ ਬੈਠਾਂ। ਤੇ ਇਸ ਕਰਕੇ ਅਸੀਂ ਬਾਰ-ਬਾਰ ਐਡਵਾਈਸ ਕਰ ਰਹੇ ਹਾਂ, ਐਵਰੀ ਫੀਡਿੰਗ ਪੋਜੀਸ਼ਨ ਦੇ ਫੀਡਿੰਗ ਕੰਪਲੀਟ ਕਰਨ ਦੇ ਬਾਅਦ ਤੁਸੀਂ ਪੋਜੀਸ਼ਨ ਚੇਂਜ ਕਰੋ, ਸਿਟਿੰਗ ਵਿੱਚ ਆਓ, ਸਟੈਂਡਿੰਗ ਵਿੱਚ ਆਓ, एक्सरसाइज स्टार्ट करो ताकि मसल स्ट्रॉन्ग बने, तो ਤੁਹਾਨੂੰ ਪੋਸਚਰ ਰਿਟੇਨ ਕਰਨਾ ਆਸਾਨ ਹੋ ਜਾਏਗਾ। ਅਗਰ ਤੁਹਾਡੀ, ਜਿੱਦਾਂ ਮੈਂ ਇੱਕ ਐਗਜ਼ਾਮਪਲ ਉਹਨੇ ਯੂਜ਼ ਕੀਤਾ ਸੀਗਾ ਟੈਂਟ ਵਾਸਤੇ, ਟੈਂਟ ਦੀ ਰੱਸੀਆਂ ਵਾਸਤੇ, ਅਗਰ ਤੁਹਾਡੀ ਰੱਸੀ ਮਜ਼ਬੂਤ ਹੈ ਤਾਂ ਤੁਹਾਡਾ ਪੋਲ ਸਿੱਧਾ ਰਹੇਗਾ ਹੀ ਰਹੇਗਾ। ਉੱਦਾਂ ਹੀ ਅਗਰ ਤੁਹਾਡੀ ਮਾਸਪੇਸ਼ੀਆਂ ਦੀ ਐਕਸਰਸਾਈਜ਼ ਤੁਸੀਂ ਜਿੰਨਾ ਜਲਦੀ ਸ਼ੁਰੂ ਕਰੋਗੇ ਔਰ ਸਟਰੋਂਗ ਰਹੇਗੀ, ਤੁਹਾਡੀ ਸਪਾਈਨ ਸਿੱਧੀ ਰਹੇਗੀ। ਤੁਹਾਨੂੰ ਪੋਸਚਰ ਅੱਛਾ ਮੇਨਟੇਨ ਕਰਨ ਵਾਸਤੇ ਐਫਰਟਸ ਨਹੀਂ ਪਾਣਾ ਪਏਗਾ। ਬਿਲਕੁਲ। ਇੱਕ ਸਵਾਲ ਹੁਣ ਇਹ ਕਿ ਜਿਵੇਂ ਪਹਿਲਾਂ ਤੇ ਡਾਕਟਰ ਕੋਲ ਹੀ ਜਾਣਾ ਪਸੰਦ ਕਰਦੇ ਸਨ ਲੋਕ, ਤੇ ਤੁਹਾਨੂੰ ਕੀ ਲੱਗਦਾ ਹੈ ਹੌਲੀ ਹੌਲੀ ਵਕਤ ਬਦਲਿਆ ਹੈ? ਹੁਣ ਫਿਜ਼ੀਓਥੈਰੇਪਿਸਟ ਤੇ ਵਿਸ਼ਵਾਸ ਲੋਕਾਂ ਦਾ ਕਿੰਨਾ ਕੁ ਬਿਲਕੁਲ, ਵਧਿਆ? ਮੈਂ ਆਪਣਾ ਟਾਈਮ ਯਾਦ ਕਰਾਂ ਤੇ ਮੈਂ ਜਦੋਂ ਪੋਸਟ ਗ੍ਰੈਜੂਏਸ਼ਨ ਕੀਤੀ ਸੀਗੀ 18 ਸਾਲ ਪਹਿਲੇ, ਤੇ ਮੈਂ ਆਪਣਾ 11-12 ਸਾਲ ਪਹਿਲੇ ਇਨਫੈਕਟ, ਤੇ ਵੀ ਵੇਰ ਦਾ ਫਰਸਟ ਬੈਚ ਆਫ ਆਰ ਕਾਲਜ ਫॉर ਪੋਸਟ ਗ੍ਰੈਜੂਏਸ਼ਨ। ਤੇ ਹੁਣ ਤੇ ਆਲਮੋਸਟ ਮੈਨੂੰ ਲੱਗਦਾ ਹੈ ਕਾਫੀ ਸਾਰੇ ਕਾਲਜ ਆ ਗਏ ਨੇ ਜਿੱਥੇ ਪੋਸਟ ਗ੍ਰੈਜੂਏਸ਼ਨ ਕੋਰਸ, ਐਕਸਪਰਟੀਜ਼ ਦੇ ਕੋਰਸ ਸਟਾਰਟ ਹੋ ਗਏ ਨੇ। ਫਿਜ਼ੀਓ ਵਿੱਚ ਵੀ ਸੁਪਰ ਸਪੈਸ਼ਲਾਈਜੇਸ਼ਨ ਸਟਾਰਟ ਹੋ ਗਈਆਂ ਨੇ, ਤੇ ਲੋਕੀ ਅੱਗੇ ਵੱਧ ਕੇ ਪੁੱਛਦੇ ਨੇ, ਡਾਇਰੈਕਟ ਕਾਲ ਆਉਂਦੇ ਨੇ ਕਿ ਮੈਨੂੰ ਬੈਕ ਪੇਨ ਆ ਰਿਹਾ ਹੈ ਤੇ ਮੈਨੂੰ ਫਿਜ਼ੀਓ ਨੂੰ ਮਿਲਣਾ ਹੈ। ਟਾਈਮ ਬਿਲਕੁਲ ਚੇਂਜ ਹੋਇਆ, ਬਲਕਿ ਮੈਂ ਬੋਲਾਂ ਤੁਹਾਨੂੰ 30 to 40% ਪੇਸ਼ੈਂਟਸ ਹੁਣ ਡਾਇਰੈਕਟ ਆ ਰਹੇ ਨੇ ਬਜਾਏ ਘੁੰਮ ਕੇ। ਦੇ ਕਮ ਡਾਇਰੈਕਟਲੀ ਫॉर देयर पेन्स ਕਿ ਹੁਣ ਕੀ ਕਰਨਾ ਹੈ। ਕਿਉਂਕਿ ਅਗਰ ਮੈਂ ਬੋਲਾਂ ਸੋਸ਼ਲ ਮੀਡੀਆ ਦੇ ਪਲੱਸ ਪੁਆਇੰਟ ਵੀ ਬਹੁਤ ਹੈਗੇ ਨੇ, ਕਾਫੀ ਅਵੇਅਰਨੈਸ ਮੈਸੇजेस ਹੈਗੀਆਂ ਨੇ ਉਹਦੇ ਉੱਤੇ ਕਿ ਮਸਲਸ ਨੂੰ ਸਟਰੋਂਗ ਕਰਨਾ ਹੈ, ਤੇ ਸਟਰੋਂਗ ਕਰਨਾ ਤੇ ਐਕਸਰਸਾਈਜ਼ ਦਾ ਡਾਕਟਰ ਨੂੰ ਮਿਲਣਾ ਪਏਗਾ। ਤੁਹਾਡਾ ਧੰਨਵਾਦ, ਤੁਸੀਂ ਇੰਨੇ ਜਿਹੜੇ ਵਡਮੁੱਲੇ ਵਿਚਾਰ ਤੁਸੀਂ ਸਾਂਝੇ ਕੀਤੇ ਨੇ ਦਰਸ਼ਕਾਂ ਦੇ ਨਾਲ। ABP ਸਾਂਝਾ ਇਸੇ ਤਰ੍ਹਾਂ ਦੇ ਨਾਲ ਆਪਣੇ ਦਰਸ਼ਕਾਂ ਤੱਕ ਮਾਹਿਰਾਂ ਦੀ ਰਾਏ ਪਹੁੰਚਾਉਂਦਾ ਰਹੇਗਾ। ਉਮੀਦ ਕਰਦੇ ਹਾਂ ਕਿ ਡਾਕਟਰ ਨੇ ਜੋ ਸਲਾਹਾਂ ਤੁਹਾਨੂੰ ਦਿੱਤੀਆਂ ਨੇ, ਜੋ ਗੱਲਾਂ ਅਹਿਮ ਉਹਨਾਂ ਨੇ ਦੱਸੀਆਂ ਨੇ, ਉਹ ਤੁਹਾਡੇ ਲਈ ਫਾਇਦੇਮੰਦ ਹੋਣਗੇ, ਤੇ ਇਸੇ ਤਰ੍ਹਾਂ ਦੇ ਨਾਲ ਇਹ ਸਿਲਸਿਲਾ ABP ਸਾਂਝਾ ਲਗਾਤਾਰ ਜਾਰੀ ਰੱਖੇਗਾ।